रूप ना रेख ना रंग किछ, त्रिह गुण ते प्रभ भिन्न। तिसह बुझाए नानका, जिस होवै सुप्रसन्न। इनू सो प्रसन्न ਵੱਖਰਾ ਵੱਖਰਾ नहीं पढ़ना। सुप्रसन्न, सुप्रसन्न का मतलब चंगी तरह प्रसन्न। रूप ना रेख, इत्थे थोड़ा जिहा विश्राम लगाना है। ना रंग किछ, त्रिह गुण ते प्रभ भिन्न। इनू त्रिहु नहीं पढ़ना, त्रिह त्रिह गुण ते प्रभ भिन्न। त्रिह का मतलब तीन। गुरु जी कहते हैं प्रभु का ना कोई रूप है, ना कोई चिन्ह चक्र है। रेख का मतलब रेखावां, जिवें साडे हੱਥ ਦੀਆਂ ਰੇਖਾਵਾਂ ਨੇ ਜਿਹਦੇ ਨਾਲ ਦੂਜਿਆਂ ਤੋਂ ਵਖਰੇਵਾਂ ਸਾਡਾ ਪਹਿਚਾਣਿਆ ਜਾਂਦਾ ਹੈ। ਤਾਂ ਪ੍ਰਭੂ ਦਾ ਨਾ ਕੋਈ ਰੂਪ ਹੈ, ਨਾ ਕੋਈ ਚਿੰਨ੍ਹ ਚੱਕਰ ਹੈ, ਨਾ ਕੋਈ ਰੰਗ ਹੈ, ਔਰ ਮਾਇਆ ਦੇ ਤਿੰਨਾਂ ਗੁਣਾਂ ਤੋਂ ਬੇਦਾਗ ਹੈ। ਪਿੰਨ ਦਾ ਮਤਲਬ ਬੇਦਾਗ ਹੈ। ਮਾਇਆ ਦੇ ਜੋ ਤਿੰਨ ਗੁਣ ਨੇ ਉਹ ਕਿਹੜੇ ਮੰਨੇ ਗਏ ਨੇ, ਇਹਨੂੰ ਥੋੜਾ ਜਿਹਾ ਸਮਝਣ ਦੀ ਜ਼ਰੂਰਤ ਹੈ। ਆਮ ਕਰਕੇ ਵਿਆਖਿਆ ਜਿਹੜੀ ਇਹ ਤਿੰਨਾਂ ਗੁਣਾਂ ਦੀ ਬਹੁਤ ਸਾਰੇ ਵਿਦਵਾਨਾਂ ਨੇ ਆਪਣੇ ਆਪਣੇ ਢੰਗ ਦੇ ਨਾਲ ਕੀਤੀ ਹੈ, ਜਿਵੇਂ ਵੀ ਕਿਸੇ ਨੂੰ ਸਮਝ ਪਈ ਹੈ। ਪਰ ਜੋ ਗੁਰਮਤਿ ਦੇ ਜ਼ਿਆਦਾ ਨਜ਼ਦੀਕ ਸਾਨੂੰ ਅਰਥ ਜਾਪਦੇ ਨੇ ਉਹ ਇਹ ਨੇ ਕਿ ਰਾਜਗੁਣ, ਤਮਗੁਣ ਔਰ ਸਤਗੁਣ। ਰਾਜਗੁਣੀ ਬਿਰਤੀ ਉਹ ਹੈ ਜੋ ਲਾਲਚ ਆਦਿਕ ਹੈ। ਕੁਝ ਲੋਕ ਨੇ ਜੋ ਉਲਾਰੂ ਜ਼ਿੰਦਗੀ ਜੀ ਰਹੇ ਨੇ, ਲਾਲਚ ਵਾਲੀ ਜ਼ਿੰਦਗੀ ਜੀ ਰਹੇ ਨੇ, ਤ੍ਰਿਸ਼ਨਾ ਵਾਲੀ ਜ਼ਿੰਦਗੀ ਜੀ ਰਹੇ ਨੇ ਕਿ ਜਾਇਜ਼ ਨਾਜਾਇਜ਼ ਢੰਗਾਂ ਦੇ ਨਾਲ, ਕਿਸੇ ਵੀ ਢੰਗ ਦੇ ਨਾਲ ਮੇਰੇ ਕੋਲ ਧਨ ਦੌਲਤ ਆਉਣੀ ਚਾਹੀਦੀ ਹੈ ਜਾਂ ਮੈਨੂੰ ਪਦਾਰਥ ਮਿਲਣੇ ਚਾਹੀਦੇ ਨੇ। ਉਲਾਰੂ ਜ਼ਿੰਦਗੀ ਉਹਨਾਂ ਦੀ ਲੋਭ ਔਰ ਲਾਲਚ ਦੇ ਵਿੱਚ ਫਸੇ ਹੋਏ ਨੇ। ਤੇ ਜਿਹੜਾ ਲੋਭ ਲਾਲਚ ਦੇ ਵਿੱਚ ਫਸਿਆ ਹੋਏਗਾ ਉਹ ਬੰਦਾ ਬੇਗਾਨਾ ਹੱਕ ਵੀ ਖਾਏਗਾ, ਕਿਸੇ ਦੂਜੇ ਵਾਸਤੇ ਭਲਾ ਵੀ ਨਹੀਂ ਸੋਚੇਗਾ, ਉਹਦੇ ਤੋਂ ਕਦੇ ਵੀ ਚੰਗਿਆਈ ਦੀ ਆਸ ਨਹੀਂ ਰੱਖੀ ਜਾ ਸਕਦੀ। ਉਲਾਰੂ ਜ਼ਿੰਦਗੀ ਜੀ ਰਹੇ ਨੇ। ਤੇ ਜਿਹੜੇ ਐਸੀ ਉਲਾਰੂ ਜ਼ਿੰਦਗੀ ਜੀ ਰਹੇ ਨੇ ਉਹਨਾਂ ਦੀ ਜ਼ਿੰਦਗੀ ਵਿੱਚ ਵੀ ਸੁੱਖ ਸ਼ਾਂਤੀ ਨਹੀਂ ਹੁੰਦੀ। ਦੂਜਾ ਹੈ ਤਮਗੁਣ। ਤਮ ਦਾ ਮਤਲਬ ਹੁੰਦਾ ਹੈ ਹਨੇਰਾ, ਯਾਨੀ ਅਗਿਆਨਤਾ। ਦੂਜੇ ਕੁਝ ਅਗਿਆਨਤਾ ਭਰੀ ਜ਼ਿੰਦਗੀ ਜੀ ਰਹੇ ਨੇ, ਉਹਨਾਂ ਦਾ ਜੀਵਨ ਵੀ ਉਲਾਰੂ ਹੈ। ਉਹ ਸਿਰਫ ਕਰਮ ਕਾਂਡਾਂ ਦੇ ਵਿੱਚ ਹੀ ਫਸੇ ਨੇ। ਤੀਰਥਾਂ ਤੇ ਨਹਾ ਲਿਆ, ਵਰਤ ਰੱਖ ਲਏ, ਸਰਾਧ ਕਰ ਲਏ, ਨਰਾਤੇ ਰੱਖ ਲਏ, ਸਮਾਧੀਆਂ ਲਾ ਲਈਆਂ ਔਰ ਜੰਗਲਾਂ ਵਿੱਚ ਚਲੇ ਗਏ, ਜਪ ਤਪ ਸੰਜਮ ਸਾਧ ਲਏ। ਯਾਨੀ ਉਹਨਾਂ ਦਾ ਵੀ ਜੀਵਨ ਉਲਾਰੂ ਹੈ। ਉਹ ਐਸੇ ਕਰਮਾਂ ਦੇ ਵਿੱਚ ਹੀ ਲੱਗੇ ਨੇ ਔਰ ਅਗਿਆਨਤਾ ਭਰੇ ਕਰਮ ਕਰੀ ਜਾ ਰਹੇ ਨੇ। ਆਪਣਾ ਵੀ ਨੁਕਸਾਨ, ਪਰਿਵਾਰ ਦਾ ਵੀ ਨੁਕਸਾਨ। ਤੇ ਸਤਗੁਣ ਕਹਿੰਦੇ ਨੇ ਸਤੋਗੁਣੀ ਸੁਭਾਅ। ਕੁਝ ਐਸੇ ਲੋਕ ਨੇ ਜਿਨ੍ਹਾਂ ਨੇ ਇਹਨਾਂ ਸਾਰੀਆਂ ਚੀਜ਼ਾਂ ਦਾ ਤਿਆਗ ਕਰ ਦਿੱਤਾ ਹੈ। ਉਹ ਸੰਸਾਰ ਨੂੰ ਹੀ ਤਿਆਗ ਗਏ ਨੇ। ਉਹਨਾਂ ਨੇ ਪਰਿਵਾਰ ਤਿਆਗ ਦਿੱਤਾ, ਸੰਸਾਰ ਤਿਆਗ ਦਿੱਤਾ, ਉਹ ਜੰਗਲਾਂ ਵਿੱਚ ਹੀ ਚਲੇ ਗਏ। ਯਾਨੀ ਉਹਨਾਂ ਦੀ ਵੀ ਜ਼ਿੰਦਗੀ ਉਲਾਰੂ ਹੈ। ਕੰਮਕਾਰ ਕੋਈ ਕੀਤਾ ਹੀ ਨਹੀਂ, ਆਪਣੇ ਫਰਜ਼ ਵੀ ਤਿਆਗ ਦਿੱਤੇ ਔਰ ਜੰਗਲਾਂ ਵੱਲ ਚਲੇ ਗਏ। ਇਹ ਤਿੰਨੇ ਹੀ ਜਿਹੜੇ ਤਿੰਨਾਂ ਕਿਸਮਾਂ ਦੇ ਲੋਕ ਨੇ, ਇਹਨਾਂ ਦੀ ਉਲਾਰੂ ਜ਼ਿੰਦਗੀ ਹੈ। ਜੀਵਨ ਬੈਲੈਂਸ ਨਹੀਂ ਹੈ। ਕੁਛ ਉਹ ਨੇ ਲੱਭ ਲੋਭ ਵਾਲੇ ਕਰਮ ਕਰ ਰਹੇ ਨੇ, ਪਾਪਾਂ ਦੀਆਂ ਪੰਡਾਂ ਸਿਰ ਤੇ ਚੁੱਕੀਆਂ ਨੇ। ਦੂਜੇ ਉਹਨੇ ਅਗਿਆਨਤਾ ਭਰੇ ਕਰਮ ਕਰ ਰਹੇ ਨੇ। ਉਹਨਾਂ ਨੂੰ ਇਹੀ ਨਹੀਂ ਪਤਾ ਕਿ ਜੋ ਵੀ ਅਸੀਂ ਕੰਮ ਕਰ ਰਹੇ ਹਾਂ ਇਹਦਾ ਰਿਜ਼ਲਟ ਕੀ ਨਿਕਲੇਗਾ। ਏਮਲੈਸ ਜ਼ਿੰਦਗੀ ਹੈ। ਤੇ ਤੀਜੇ ਉਹ ਨੇ ਜਿਹੜੇ ਸਾਰਾ ਕੁਝ ਛੱਡ ਹੀ ਗਏ ਨੇ। ਉਹਨਾਂ ਨੇ ਆਪਣੇ ਮਨੁੱਖੀ ਫਰਜ਼ਾਂ ਨੂੰ ਪੂਰਿਆਂ ਹੀ ਨਹੀਂ ਕੀਤਾ, ਤਿਆਗ ਕਰ ਗਏ। ਤਾਂ ਇਹ ਤਿੰਨੇ ਹੀ ਕਿਸਮ ਦਾ ਜਿਹੜਾ ਜੀਵਨ ਹੈ ਇਹ ਉਲਾਰੂ ਹੈ। ਇਸ ਲਈ ਇਹਨਾਂ ਨੂੰ ਮਾਇਆ ਵਾਲਾ ਜੀਵਨ ਕਿਹਾ ਗਿਆ ਹੈ। ਮਾਇਆ ਵਾਲੀ ਬਿਰਤੀ ਕਹੀ ਗਈ ਹੈ। ਮਾਇਆ ਦੇ ਤਿੰਨ ਗੁਣ ਗਏ ਗਏ ਨੇ। ਜਾਂ ਜਿਹੜਾ ਇਹਨਾਂ ਤਿੰਨਾਂ ਤਰ੍ਹਾਂ ਦੀ ਜ਼ਿੰਦਗੀ ਜੀ ਰਿਹਾ ਹੈ ਉਹਨੂੰ ਮਾਇਆ ਦੇ ਵਿੱਚ ਫਸਿਆ ਹੋਇਆ। ਚੌਥੀ ਕਿਸਮ ਦੇ ਲੋਕ ਨੇ ਉਹ ਨੇ ਜਿਹੜੀ ਵਿਚਾਰ ਗੁਰੂ ਨਾਨਕ ਦੇਵ ਜੀ ਨੇ ਦਿੱਤੀ ਹੈ ਕਿ ਇਸ ਦੁਨੀਆ ਦੇ ਵਿੱਚ ਰਹਿਣਾ ਹੈ, ਲੱਭ ਲੋਭ ਤੋਂ ਵੀ ਬਚਣਾ, ਅਗਿਆਨਤਾ ਭਰੇ ਕਰਮ ਵੀ ਨਹੀਂ ਕਰਨੇ, ਸੰਸਾਰ ਨੂੰ ਛੱਡ ਕੇ ਵੀ ਨਹੀਂ ਦੌੜਨਾ। ਸੰਸਾਰ ਦੇ ਅੰਦਰ ਰਹਿੰਦਿਆਂ ਸੱਚ ਨੂੰ ਆਧਾਰ ਬਣਾ ਕੇ ਮਨੁੱਖੀ ਜ਼ਿੰਦਗੀ ਜੀਣੀ ਹੈ। ਨਿਰਲੇਪ ਰਹਿਣਾ ਵਿਕਾਰਾਂ ਤੋਂ। ਜੇ ਤੁਸੀਂ ਦੁਕਾਨ ਕਰਦੇ ਹੋ, ਵਪਾਰ ਕਰਦੇ ਹੋ, ਜੌਬ ਕਰਦੇ ਹੋ, ਘਰ ਗ੍ਰਸਤੀ ਨੂੰ ਚਲਾ ਰਹੇ ਹੋ ਤੇ ਸਾਰੇ ਕੰਮ ਇਸੇ ਤਰ੍ਹਾਂ ਹੀ ਕਰਨੇ ਨੇ। ਲੇਕਿਨ ਇਹਨਾਂ ਵਿੱਚ ਲਾਲਚ ਨਾ ਹੋਵੇ, ਅਗਿਆਨਤਾ ਨਾ ਹੋਵੇ,
ਔਰ ਇਹਨਾਂ ਸਾਰੀਆਂ ਚੀਜ਼ਾਂ ਦਾ ਤਿਆਗ ਨਾ ਹੋਵੇ, ਸਾਰੀ ਜ਼ਿੰਦਗੀ ਸੱਚ ਨੂੰ ਬੇਸ ਬਣਾ ਕੇ ਜੀਵੀ ਜਾਏ। ਤਾਂ ਜੋ ਪ੍ਰਭੂ ਹੈ ਉਹਨਾਂ ਤਿੰਨਾਂ ਗੁਣਾਂ ਤੋਂ ਭਿੰਨ ਹੈ, ਯਾਨੀ ਰਹਿਤ ਹੈ, ਉਹਦੇ ਵਿੱਚ ਤਿੰਨੇ ਚੀਜ਼ਾਂ ਨਹੀਂ ਹਨ, ਨਿਰਲੇਪ ਹੈ। ਤ੍ਰਿਗੁਣ ਤੇ ਪ੍ਰਭਿੰਨ ਦਾ ਮਤਲਬ ਕਿ ਇਸ ਤ੍ਰੈਗੁਣੀ ਸੰਸਾਰ ਤੋਂ ਰੱਬ ਨਿਰਲੇਪ ਹੈ, ਉਹਦਾ ਕੋਈ ਰੂਪ ਨਹੀਂ, ਕੋਈ ਰੇਖਾ ਨਹੀਂ, ਕੋਈ ਰੰਗ ਨਹੀਂ, ਕੋਈ ਆਕਾਰ ਨਹੀਂ ਹੈ। ਹੁਣ ਇਹ ਚੀਜ਼ ਸਮਝਣ ਵਾਲੀ ਹੈ ਕਿ ਰੱਬ ਦਾ ਕੋਈ ਰੂਪ ਰੇਖ ਰੰਗ ਆਕਾਰ ਕੋਈ ਨਹੀਂ, ਔਰ ਉਹ ਇਹਨਾਂ ਤਿੰਨਾਂ ਗੁਣਾਂ ਤੋਂ ਬਿਲਕੁਲ ਨਿਰਲੇਪ ਹੈ। ਤਾਂ ਜਿਹਦਾ ਰੂਪ ਰੇਖ ਰੰਗ ਆਕਾਰ ਹੋਏਗਾ ਉਹ ਰੱਬ ਨਹੀਂ ਹੋਏਗਾ। ਇਸ ਕਰਕੇ ਰੱਬ ਦੀ ਤਸਵੀਰ ਨਹੀਂ ਬਣਾਈ ਜਾ ਸਕਦੀ, ਕਿਉਂਕਿ ਉਹਦਾ ਰੂਪ ਰੇਖ ਰੰਗ ਆਕਾਰ ਹੈ ਹੀ ਨਹੀਂ, ਕੋਈ ਵਿਸ਼ੇਸ਼ ਰੂਪ ਨਹੀਂ ਹੈ ਕਿ ਉਹ ਫਲਾਂ ਬੰਦੇ ਵਰਗਾ ਹੈ ਜਾਂ ਫਲਾਂ ਔਰਤ ਵਰਗਾ ਹੈ ਜਾਂ ਫਲਾਂ ਆਕਾਸ਼ ਵਰਗਾ ਹੈ। ਐਵੇਂ ਨਹੀਂ, ਉਹਦੀ ਤੁਲਨਾ ਕਿਸ ਨਾਲ ਕੀਤੀ ਨਹੀਂ ਜਾ ਸਕਦੀ, ਰੂਪ ਨਹੀਂ ਹੈ। ਗੁਰੂ ਸਾਹਿਬ ਜੀ ਦਾ ਪਾਵਨ ਬਚਨ ਅਸੀਂ ਰੋਜ਼ ਪੜ੍ਹਦੇ ਹਾਂ ਨਾ, ਸਹਿਜ ਤਵ ਨੈਣ ਨਨ ਨੈਣ ਹੈ ਤੋਹਿ ਕੋ, ਕਿ ਰੱਬਾ ਤੇਰੀਆਂ ਕੋਈ ਵਿਸ਼ੇਸ਼ ਅੱਖਾਂ ਨਹੀਂ ਹੈ ਕਿ ਫਲਾਣੇ ਬੰਦੇ ਵਰਗੀਆਂ ਰੱਬ ਦੀਆਂ ਅੱਖਾਂ ਨੇ, ਐਵੇਂ ਨਹੀਂ। ਵੈਸੇ ਆ ਸਾਰੀਆਂ ਅੱਖਾਂ ਤੇਰੀਆਂ ਹੀ ਨੇ, ਇਹਨਾਂ ਅੱਖਾਂ ਵਾਲੇ ਲੋਕਾਂ ਦੇ ਵਿੱਚ ਤੂੰ ਹੀ ਵਸਣਾ, ਇਹਨਾਂ ਅੱਖਾਂ ਵਿੱਚ ਤੂੰ ਹੀ ਵੇਖ ਰਿਹਾ ਹੈ, ਪਰ ਤੇਰੀ ਕੋਈ ਵਿਸ਼ੇਸ਼ ਅੱਖ ਨਹੀਂ ਹੈ। ਸਹਿਸ ਮੂਰਤ ਨਨਾ ਏਕ ਤੋਂ ਹੀ, ਤੇਰਾ ਕੋਈ ਵਿਸ਼ੇਸ਼ ਰੂਪ ਨਹੀਂ ਹੈ ਕਿ ਤੂੰ ਫਲਾਣੇ ਬੰਦੇ ਵਰਗਾ ਹੈ, ਫਲਾਂ ਬਾਬੇ ਵਰਗਾ ਹੈ ਨਾ, ਲੇਕਿਨ ਅਦਿਸਤਾ ਜਗਤ ਸਾਰਾ ਤੇਰਾ ਹੀ ਰੂਪ ਹੈ। ਤਾਂ ਉਹਦਾ ਕੋਈ ਵਿਸ਼ੇਸ਼ ਰੂਪ ਨਹੀਂ, ਉਹਦੀ ਤਸਵੀਰ ਨਹੀਂ ਬਣਾਈ ਜਾ ਸਕਦੀ, ਔਰ ਖਾਸ ਗੱਲ ਉਹ ਸੰਸਾਰ ਵਿੱਚ ਰਹਿੰਦਾ ਨਿਰਲੇਪ ਹੈ। ਤਾਂ ਜਿਨਨੇ ਉਸ ਰੱਬ ਦੇ ਨਾਲ ਜੁੜਨਾ ਹੈ, ਮਿਲਣਾ ਹੈ, ਤਾਂ ਸਭ ਤੋਂ ਪਹਿਲੀ ਗੱਲ ਉਹਨੂੰ ਸਮਝ ਹੋਣੀ ਚਾਹੀਦੀ ਹੈ ਕਿ ਉਹਦਾ ਰੂਪ ਰੇਖ ਰੰਗ ਆਕਾਰ ਕੋਈ ਨਹੀਂ, ਸਾਰੇ ਸੰਸਾਰ ਦੇ ਅੰਦਰ ਉਹ ਸਮਾਇਆ ਹੋਇਆ ਹੈ। ਔਰ ਜੇ ਸੰਸਾਰ ਨੂੰ ਪੂਰੇ ਸਮੱਗਰ ਨੂੰ ਵੇਖੋ ਤੇ ਉਹਦਾ ਰੂਪ ਹੀ ਹੈ, ਪ੍ਰਗਟ ਰੂਪ ਹੈ, ਔਰ ਉਹ ਤਿੰਨਾਂ ਗੁਣਾਂ ਤੋਂ ਭਿੰਨ ਹੈ। ਇਹਨਾਂ ਤਿੰਨਾਂ ਗੁਣਾਂ ਤੋਂ ਜਿਹੜਾ ਭਿੰਨ ਬੰਦਾ ਹੋਏਗਾ ਉਹ ਰੱਬ ਦੇ ਵਿੱਚ ਅਭੇਦ ਹੋ ਜਾਏਗਾ। ਇਹਨਾਂ ਤਿੰਨਾਂ ਗੁਣਾਂ ਦੇ ਵਿੱਚ ਜੀਣ ਵਾਲਾ ਉਹਦੇ ਵਿੱਚ ਨਹੀਂ ਮਿਲ ਪਾਏਗਾ। ਅਗਲਾ ਬਚਨ ਕਰਦੇ ਨੇ, ਤਿਸਹਿ ਬੁਝਾਏ ਨਾਨਕਾ ਜਿਸ ਹੋਵੇ ਸੋ ਪ੍ਰਸੰਨ। ਬੁਝਾਏ ਦਾ ਮਤਲਬ ਬੁਝਾਉਂਦਾ ਹੈ, ਸਮਝ ਦਿੰਦਾ ਹੈ। ਤਾਂ ਇਹ ਨਾਨਕ ਉਹ ਆਪਣਾ ਆਪ ਉਸ ਮਨੁੱਖ ਨੂੰ ਸਮਝਾਉਂਦਾ ਹੈ ਜਿਸ ਤੇ ਉਹ ਆਪ ਤਰੁੱਠਦਾ ਹੈ, ਰਹਿਮਤ ਕਰਦਾ ਹੈ। ਸੁਪਰਸੰਨ ਦਾ ਮਤਲਬ ਤਰੁੱਠਣਾ, ਰਹਿਮਤ ਕਰਨੀ, ਬਖਸ਼ਿਸ਼ ਕਰਨੀ। ਉਹਨੂੰ ਰੱਬ ਆਪਣਾ ਆਪਾ ਬੁਝਾਉਂਦਾ ਹੈ, ਜਾਂ ਉਹਨੂੰ ਇਸ ਗੱਲ ਦੀ ਸਮਝ ਆਉਂਦੀ ਹੈ ਜੋ ਇਸ ਸ਼ਲੋਕ ਦੇ ਵਿੱਚ ਗੁਰੂ ਜੀ ਕਹਿ ਰਹੇ ਨੇ, ਜਿਹਦੇ ਤੇ ਤਰੁੱਠਦਾ ਹੈ, ਕਿਰਪਾ ਕਰਦਾ ਹੈ। ਹੁਣ ਇਹ ਗੱਲ ਸਮਝਣ ਵਾਲੀ ਹੈ, ਦੇਖੋ ਇਹ ਬਾਰ-ਬਾਰ ਚੀਜ਼ਾਂ ਨੂੰ ਰਿਪੀਟ ਕਰਨ ਦੀ ਲੋੜ ਹੈ ਕਿ ਜੇ ਹੁਣ ਸਾਨੂੰ ਰੱਬ ਦੀ ਸਮਝ ਨਹੀਂ ਆਈ, ਸਾਡਾ ਚੰਗਾ ਜੀਵਨ ਨਹੀਂ, ਅਸੀਂ ਇਹਨਾਂ ਤਿੰਨਾਂ ਗੁਣਾਂ ਤੋਂ ਉੱਤੇ ਨਹੀਂ ਉੱਠੇ, ਤਾਂ ਫਿਰ ਅਸੀਂ ਤਾਂ ਸਾਫ਼ ਕਵਾਂਗੇ ਸਾਡੇ ਤੇ ਰੱਬ ਨੇ ਕਿਰਪਾ ਨਹੀਂ ਕੀਤੀ ਤਾਂ ਨਹੀਂ ਉੱਠੇ, ਯਾਨੀ ਸਾਡੀ ਜ਼ਿੰਮੇਵਾਰੀ ਖਤਮ, ਰੱਬ ਦਾ ਦੋਸ਼। ਹੁਣ ਇਹਦਾ ਮਤਲਬ ਤਰੁੱਠਦਾ ਕਿਹਦੇ ਤੇ ਹੈ? ਜੋ ਉਹਦੀ ਰਜ਼ਾ ਦੇ ਵਿੱਚ ਤੁਰਦਾ ਹੈ। ਇਹ ਚੀਜ਼ਾਂ ਅਸੀਂ ਜਪਜੀ ਸਾਹਿਬ ਜੀ ਦੇ ਵਿੱਚ ਚੰਗੀ ਤਰ੍ਹਾਂ ਸਮਝ ਆਏ ਹਾਂ। ਇਸ ਲਈ ਹੁਕਮ ਰਜ਼ਾਈ ਚੱਲਣਾ, ਨਾਨਕ ਲਿਖਿਆ ਨਾਲ, ਜੋ ਹੁਕਮ ਰਜ਼ਾ ਦੇ ਅੰਦਰ ਤੁਰਦਾ ਹੈ ਉਹਦੇ ਤੇ ਉਹ ਪ੍ਰਸੰਨ ਹੁੰਦਾ ਹੈ, ਯਾਨੀ ਅਸੀਂ ਉਹਦੀ ਕਿਰਪਾ ਦੇ ਪਾਤਰ ਬਣਨਾ ਹੈ, ਉਹਦੀ ਰਹਿਮਤ ਦੇ ਪਾਤਰ ਬਣਨਾ ਹੈ। ਜੋ ਉਹਦੀ ਰਹਿਮਤ ਦਾ ਪਾਤਰ ਬਣਦਾ ਹੈ ਉਹਨੂੰ ਉਹਦੀ ਸਮਝ ਪੈਂਦੀ ਹੈ, ਉਹਦੀ ਸਮਝ ਵਿੱਚ ਬਹਿੰਦਾ ਹੈ, ਉਹਦੇ ਮਨ ਬੁੱਧ ਦੇ ਅੰਦਰ ਉਸ ਪ੍ਰਭੂ ਦੇ ਗੁਣ ਵਸਦੇ ਨੇ। ਅਬਿਨਾਸ਼ੀ ਪ੍ਰਭ ਮਨ ਮਹਿ ਰਾਖ। ਹੁਣ ਗੁਰੂ ਜੀ ਕਹਿੰਦੇ ਨੇ ਕਿ ਹੇ ਭਾਈ, ਆਪਣੇ ਮਨ ਦੇ ਅੰਦਰ ਉਸ ਅਬਿਨਾਸ਼ੀ ਪ੍ਰਭੂ ਨੂੰ ਰੱਖ, ਪਰੋ ਕੇ ਰੱਖ, ਵਸਾ ਕੇ ਰੱਖ। ਹੁਣ ਰੱਬ ਨੂੰ ਮਨ ਵਿੱਚ ਵਸਾਉਣ ਦਾ ਮਤਲਬ ਕੀ ਹੈ? ਦੇਖੋ ਸਾਡੇ ਮਨ ਵਿੱਚ ਕੀ ਵਸਦਾ ਹੈ, ਸਾਡੀ ਸੋਚ ਕੈਸੀ ਹੈ, ਸਾਡੇ ਮਨ ਅੰਦਰ ਫੁਰਨੇ ਕੈਸੇ ਆ ਰਹੇ ਨੇ। ਜੋ ਸਾਡੇ ਮਨ ਵਿੱਚ ਵਸ ਰਿਹਾ ਹੈ ਨਾ, ਉਹ ਸਾਡੀ ਸੋਚ ਦੇ ਵਿੱਚੋਂ ਪ੍ਰਗਟ ਹੋ ਰਿਹਾ ਹੈ, ਬੋਲਾਂ ਚੋਂ, ਵਿਹਾਰ ਵਿੱਚੋਂ, ਸੋਚ ਵਿੱਚੋਂ, ਜੋ ਸਾਡੇ ਅੰਦਰ ਵਸ ਰਿਹਾ ਹੈ। ਸੋਚ ਜੈਸੀ ਮੈਂਟੈਲਿਟੀ ਹੈ। ਤਾਂ ਮਨ ਵਿੱਚ ਈਰਖਾ ਵਸ ਰਹੀ ਹੈ, ਈਗੋ ਵਸ ਰਹੀ ਹੈ, ਬੁਰਾਈ ਵਸ ਰਹੀ ਹੈ, ਹੰਕਾਰ ਵਸ ਰਿਹਾ ਹੈ। ਤਾਂ ਗੁਰੂ ਜੀ ਕਹਿੰਦੇ ਨੇ ਇਹਨਾਂ ਚੀਜ਼ਾਂ ਨੂੰ ਮਨ ਚ ਨਾ ਵਸਾ, ਰੱਬ ਨੂੰ ਵਸਾ, ਮਤਲਬ ਰੱਬ ਦੇ ਗੁਣਾਂ ਨੂੰ ਮਨ ਵਿੱਚ ਵਸਾ, ਇੱਕ ਓੰਕਾਰ ਨੂੰ ਵਸਾ, ਸੱਚ ਨੂੰ ਵਸਾ, ਨਿਰਭੈਤਾ, ਨਿਰਵੈਰਤਾ ਨੂੰ ਵਸਾ, ਦਇਆ ਔਰ ਪਿਆਰ ਨੂੰ ਵਸਾ। ਰੱਬੀ ਗੁਣਾਂ ਨੂੰ ਆਪਣੇ ਮਨ ਦੇ ਅੰਦਰ, ਆਪਣੀ ਸੋਚ ਦੇ ਅੰਦਰ ਟਿਕਾਣਾ ਹੀ ਰੱਬ ਨੂੰ ਟਿਕਾਣਾ ਹੈ।
ਰੱਬੀ ਗੁਣਾਂ ਨੂੰ ਆਪਣੇ ਮਨ ਵਿੱਚ ਵਸਾ ਲੈਣਾ ਹੀ ਰੱਬ ਨੂੰ ਆਪਣੇ ਮਨ ਵਿੱਚ ਵਸਾ ਲੈਣਾ ਹੈ। ਆਪਣੀ ਸੁਰਤ ਨੂੰ ਇਹਨਾਂ ਗੁਣਾਂ ਦੇ ਅੰਦਰ ਲੀਨ ਕਰ ਦੇਣਾ ਹੀ ਰੱਬ ਦੇ ਵਿੱਚ ਲੀਨ ਹੋ ਜਾਣਾ ਹੈ। ਇਸ ਲਈ ਗੁਰੂ ਜੀ ਕਹਿੰਦੇ ਨੇ ਜਿਹੜਾ ਅਬਿਨਾਸ਼ੀ ਹੈ ਨਾ, ਜਿਹਦਾ ਕਦੇ ਵਿਨਾਸ਼ ਨਹੀਂ ਹੋਣਾ, ਉਹਨੂੰ ਆਪਣੇ ਮਨ ਵਿੱਚ ਵਸਾ। ਇਹ ਗੁਣ ਅਬਿਨਾਸ਼ੀ ਨੇ, ਸदैव ਨੇ। ਇਹਨਾਂ ਗੁਣਾਂ ਤੋਂ ਉਪਜਿਆ ਸੁਖ ਵੀ ਸदैव ਹੋਏਗਾ। ਇਸ ਲਈ ਇਹਨਾਂ ਅਬਿਨਾਸ਼ੀ ਗੁਣਾਂ ਨੂੰ ਆਪਣੇ ਮਨ ਦੇ ਵਿੱਚ ਵਸਾ, ਰੱਬ ਨੂੰ ਆਪਣੇ ਮਨ ਵਿੱਚ ਰੱਖ। ਮਾਨੁਖ ਕੀ ਤੂੰ ਪ੍ਰੀਤ ਤਿਆਗ। ਹੁਣ ਦੇਖੋ ਇੱਥੇ ਪ੍ਰੀਤ ਸ਼ਬਦ ਵਰਤ ਰਹੇ ਨੇ ਕਿ ਬੰਦੇ ਦੀ ਪ੍ਰੀਤ ਛੱਡ ਦੇ। ਹੁਣ ਇਹ ਚੀਜ਼ ਨਾ ਸਮਝਣ ਵਾਲੀ ਹੈ। ਕੁਝ ਭਾਵ ਅਰਥ ਹੁੰਦੇ ਨੇ, ਜੇ ਅੱਖਰੀ ਅਰਥ ਸਮਝਾਂਗੇ ਤੇ ਸਾਨੂੰ ਇੰਝ ਹੀ ਲੱਗੇਗਾ ਕਿ ਬੰਦਿਆਂ ਦੇ ਨਾਲ ਪ੍ਰੀਤ ਨਾ ਕਰੋ। ਤੇ ਜਦੋਂ ਅਸੀਂ ਆਪਸ ਵਿੱਚ ਪ੍ਰੀਤ ਨਹੀਂ ਕਰਾਂਗੇ, ਪਿਆਰ ਨਹੀਂ ਕਰਾਂਗੇ, ਤਾਂ ਫਿਰ ਕੀ ਹੋਏਗਾ? ਦੁਸ਼ਮਣੀ ਆਪ ਹੀ ਪੈਦਾ ਹੋ ਜਾਣੀ ਹੈ ਨਾ, ਈਰਖਾ ਆਪੇ ਹੀ ਪੈਦਾ ਹੋ ਜਾਣੀ ਹੈ। ਕੁਦਰਤ ਦਾ ਨਿਯਮ ਹੈ, ਜਿੱਥੋਂ ਇੱਕ ਚੀਜ਼ ਨੂੰ ਹਟਾਓਗੇ ਉੱਥੇ ਦੂਜੀ ਚੀਜ਼ ਕੁਦਰਤ ਭੇਜ ਦਿੰਦੀ ਹੈ। ਸਾਡੀ ਜੋ ਆ ਦੁਨੀਆ ਹੈ, ਮਿਸਾਲ ਵਜੋਂ ਅਸੀਂ ਪਾਣੀ ਦਾ ਗਲਾਸ ਭਰਿਆ ਹੋਇਆ ਹੈ ਤੇ ਅਸੀਂ ਪਾਣੀ ਦਾ ਗਲਾਸ ਖਾਲੀ ਕਰ ਦਿੱਤਾ, ਤਾਂ ਸਾਡੇ ਖਿਆਲ ਵਿੱਚ ਪਾਣੀ ਬਾਹਰ ਚਲਾ ਗਿਆ, ਗਲਾਸ ਖਾਲੀ ਹੋ ਗਿਆ। ਪਰ ਕੁਦਰਤ ਨੇ ਉਸ ਗਲਾਸ ਨੂੰ ਨਾਲ ਦੇ ਨਾਲ ਹਵਾ ਦੇ ਨਾਲ ਭਰ ਦਿੱਤਾ। ਗਲਾਸ ਖਾਲੀ ਨਹੀਂ ਹੈ, ਹਵਾ ਦਾ ਭਰਿਆ ਹੋਇਆ ਹੈ। ਜੇ ਉਸ ਗਲਾਸ ਵਿੱਚੋਂ ਹਵਾ ਕੱਢੋਗੇ ਤੇ ਉਹ ਪਿਚਕ ਜਾਏਗਾ। ਆ ਜਿਵੇਂ ਪਲਾਸਟਿਕ ਦੀਆਂ ਬੋਤਲਾਂ ਨੇ ਨਾ, ਜਦੋਂ ਅਸੀਂ ਪਾਣੀ ਵਿੱਚੋਂ ਕੱਢ ਕੇ ਉਹਨਾਂ ਨੂੰ ਥੋੜਾ ਦਬਾ ਕੇ ਢੱਕਣ ਬੰਦ ਕਰੀਏ ਤਾਂ ਚਿਪਕੀਆਂ ਹੀ ਰਹਿ ਜਾਂਦੀਆਂ ਨੇ। ਕਿਉਂ ਰਹਿ ਜਾਂਦੀਆਂ ਨੇ? ਕਿਉਂਕਿ ਵਿੱਚੋਂ ਹਵਾ ਨਿਕਲ ਗਈ। ਜੇ ਹਵਾ ਅੰਦਰ ਹੋਏਗੀ ਤਾਂ ਚਿਪਕਣਗੀਆਂ ਨਹੀਂ। ਗਲਾਸ ਵਿੱਚ ਜੇ ਹਵਾ ਨਹੀਂ ਹੋਏਗੀ ਤਾਂ ਚਿਪਕ ਜਾਏਗਾ। ਅਸੀਂ ਪਾਣੀ ਕੱਢਿਆ ਤੇ ਉਸ ਪਾਣੀ ਦੀ ਜਗ੍ਹਾ ਤੇ ਕੁਦਰਤ ਨੇ ਹਵਾ ਭੇਜਤੀ, ਆਟੋਮੈਟਿਕਲੀ ਆ ਗਈ, ਖਾਲੀ ਨਹੀਂ ਰਹੇਗੀ। ਇਸੇ ਤਰ੍ਹਾਂ ਜਦੋਂ ਅਸੀਂ ਆਪਣੀ ਮੈਂਟੈਲਿਟੀ ਚੋਂ ਪਿਆਰ ਕੱਢ ਦਿਆਂਗੇ ਨਾ, ਤਾਂ ਈਰਖਾ ਨੂੰ ਸੱਦਣ ਦੀ ਲੋੜ ਨਹੀਂ ਪੈਣੀ, ਈਰਖਾ ਆਪੇ ਹੀ ਆ ਜਾਣੀ। ਆਪਣੀ ਜ਼ਿੰਦਗੀ ਦੇ ਵਿੱਚੋਂ ਜਦੋਂ ਤੁਸੀਂ ਨਿਮਰਤਾ ਨੂੰ ਕੱਢ ਦੋਗੇ ਨਾ, ਤਾਂ ਅਹੰਕਾਰ ਆਟੋਮੈਟਿਕਲੀ ਆ ਜਾਏਗਾ। ਜੇ ਆਪਣੀ ਸੋਚ ਅੰਦਰੋਂ ਪੋਜ਼ਿਟਿਵਿਟੀ ਨੂੰ ਕੱਢ ਦੋਗੇ ਤਾਂ ਨੈਗੇਟਿਵਿਟੀ ਨੂੰ ਬੁਲਾਵਾ ਦੇਣ ਦੀ ਲੋੜ ਨਹੀਂ ਪੈਣੀ, ਨੈਗੇਟਿਵਿਟੀ ਆਟੋਮੈਟਿਕਲੀ ਆ ਜਾਏਗੀ। ਤਾਂ ਇੱਥੇ ਪ੍ਰੀਤ ਦਾ ਮਤਲਬ ਪਿਆਰ ਨਹੀਂ ਹੈ, ਇੱਥੇ ਪ੍ਰੀਤ ਦਾ ਮਤਲਬ ਹੈ ਮੋਹ। ਜਿਹੜਾ ਬੰਦੇ ਦਾ ਮੋਹ ਹੈ ਨਾ, ਉਹ ਤਿਆਗ ਦੇ। ਮੋਹ ਵਿੱਚ ਔਰ ਪਿਆਰ ਵਿੱਚ ਫਰਕ ਹੁੰਦਾ ਹੈ। ਮੋਹ ਔਰ ਪਿਆਰ ਵਿੱਚ ਫਰਕ ਹੁੰਦਾ ਹੈ। ਮੋਹ ਕੇਵਲ ਆਪਣੇ ਵਾਸਤੇ ਸੋਚਦਾ ਹੈ, ਮੋਹ ਬੰਦੇ ਨੂੰ ਸਵਾਰਥੀ ਬਣਾਉਂਦਾ ਹੈ। ਤੇ ਜਿਹੜਾ ਪ੍ਰੇਮ ਹੈ ਉਹ ਨਿਸਵਾਰਥ ਹੁੰਦਾ ਹੈ। ਇੱਕ ਮਿੰਟ ਤੁਸੀਂ ਵੇਟ ਕਰੋ, ਮੈਂ ਦਰਵਾਜ਼ਾ ਬੰਦ ਕਰਕੇ ਆਇਆ, ਥੋੜੀ ਆਵਾਜ਼ ਆ ਰਹੀ ਕਿਸ ਚੀਜ਼ ਦੀ ਨਾ। ਸ਼ਾਇਦ ਨਾ ਉਤਲੀ ਛੱਤ ਵਿੱਚ ਕਿਤੇ ਕੰਮ ਚੱਲ ਰਿਹਾ ਸੀ, ਮੈਂ ਦਰਵਾਜ਼ਾ ਬੰਦ ਕਰਨ ਨਾਲ ਥੋੜੀ ਆਵਾਜ਼ ਘੱਟ ਜਾਏਗੀ। ਮਾਨੁਖ ਕੀ ਤੂੰ ਪ੍ਰੀਤ ਤਿਆਗ, ਮੋਹ ਤਿਆਗਣਾ ਹੈ। ਕਿਉਂਕਿ ਜਿੱਥੇ ਮੋਹ ਹੋਏਗਾ ਉੱਥੇ ਸਵਾਰਥ ਹੋਏਗਾ ਤੇ ਉੱਥੇ ਮਹਾਭਾਰਤ ਵਰਗੇ ਵੱਡੇ ਯੁੱਧ ਹੋਣਗੇ। ਇਸ ਲਈ ਰੱਬ ਦੀ ਪ੍ਰੀਤ ਆਪਣੇ ਮਨ ਵਿੱਚ ਵਸਾ, ਔਰ ਜਿਹੜਾ ਮਨੁੱਖ ਦਾ ਮੋਹ ਹੈ, ਸਵਾਰਥ ਹੈ, ਉਹਨੂੰ ਤਿਆਗ। ਤਿਸ ਤੇ ਪਰੈ, ਇੱਥੇ ਵਿਸ਼ਰਾਮ ਲਾਵਾਂਗੇ, ਨਾ ਹੀ ਕਿਛ ਕੋਏ। ਉਸ ਤੋਂ ਬਾਹਰ, ਪਰੇ ਦਾ ਮਤਲਬ ਬਾਹਰ, ਰੱਬ ਤੋਂ ਬਾਹਰ ਕੋਈ ਜੀਵ ਨਹੀਂ, ਕੋਈ ਚੀਜ਼ ਨਹੀਂ ਹੈ। ਜੇ ਅਸੀਂ ਕਹੀਏ ਕਿ ਰੱਬੀ ਹੁਕਮ ਤੋਂ ਬਾਹਰ ਕੁਝ ਹੋ ਸਕਦਾ ਹੈ, ਤਾਂ ਹੁਕਮ ਤੋਂ ਬਾਹਰ ਕੁਝ ਨਹੀਂ ਹੋ ਸਕਦਾ। ਇਹ ਚੀਜ਼ ਅਸੀਂ ਚੰਗੀ ਤਰ੍ਹਾਂ ਸਮਝ ਚੁੱਕੇ ਹਾਂ ਕਿ ਸਿਸਟਮ ਤੋਂ ਬਾਹਰ ਅਸੀਂ ਕੁਝ ਕਰ ਨਹੀਂ ਸਕਦੇ, ਸਿਸਟਮ ਤੋਂ ਬਾਹਰ ਕੁਝ ਵੀ ਨਹੀਂ ਹੋ ਸਕਦਾ। ਇਸ ਲਈ ਰੱਬੀ ਹੁਕਮ ਤੋਂ ਬਾਹਰ ਕੋਈ ਵੀ ਨਹੀਂ ਹੈ। ਤੇ ਜੇ ਕੋਈ ਰੱਬੀ ਹੁਕਮ ਤੋਂ ਬਾਹਰ ਚੱਲ ਕੇ ਸੁਖ ਪਾਣਾ ਚਾਹੇ ਤਾਂ ਉਹ ਉਹਦਾ ਇੱਕ ਭੁਲੇਖਾ ਹੋਏਗਾ। ਰੱਬੀ ਹੁਕਮ ਤੋਂ ਬਾਹਰ ਚੱਲ ਕੇ ਸੁਖ ਨਹੀਂ ਪਾਇਆ ਜਾ ਸਕਦਾ। ਜੇ ਅਸੀਂ ਆਪਣੀ ਪਰਿਵਾਰਕ ਜ਼ਿੰਦਗੀ ਵੱਲ, ਸਮਾਜਿਕ ਜ਼ਿੰਦਗੀ ਵੱਲ ਸੋਚੀਏ ਤਾਂ ਕੁਝ ਨਿਯਮ ਨੇ ਰਿਸ਼ਤਿਆਂ ਨਾਤਿਆਂ ਦੇ। ਜੇ ਉਹਨਾਂ ਨਿਯਮਾਂ ਦੇ ਅੰਦਰ ਅਸੀਂ ਰਹਿ ਕੇ ਵਿਚਰਦੇ ਹਾਂ, ਜੀਵਨ ਬਿਤਾਉਂਦੇ ਹਾਂ, ਤਾਂ
ਸਾਡੇ ਜੀਵਨ ਦੇ ਅੰਦਰ ਸੁੱਖ ਰਹੇਗਾ। ਪਰ ਜੇ ਅਸੀਂ ਪਰਿਵਾਰਕ, ਸਮਾਜਿਕ, ਧਾਰਮਿਕ ਨਿਯਮਾਂ ਨੂੰ ਤੋੜਦੇ ਹਾਂ ਤਾਂ ਸਾਡੀ ਜ਼ਿੰਦਗੀ ਦੇ ਅੰਦਰ ਦੁੱਖ ਪੈਦਾ ਹੋਏਗਾ। ਇਸ ਲਈ ਤਿਸ ਤੇ ਪਰੈ ਨਾ ਹੀ ਕੁਛ ਹੋਏ, ਰੱਬੀ ਹੁਕਮ ਤੋਂ ਬਾਹਰ ਕੁਛ ਵੀ ਨਹੀਂ ਹੈ। ਰੱਬੀ ਹੁਕਮ ਤੋਂ ਬਾਹਰ ਕੁਛ ਨਹੀਂ ਹੈ, ਹੁਕਮ ਦੇ ਵਿੱਚ ਹੈ ਸਾਰਾ ਕੁਝ। ਸਰਬ ਨਿਰੰਤਰ ਏਕੋ ਸੋਏ। ਸਰਬ ਦਾ ਮਤਲਬ ਸਭ ਥਾਵਾਂ ਤੇ, ਏਕੋ ਸੋਏ ਦਾ ਮਤਲਬ ਇੱਕੋ ਹੀ ਰੱਬ ਹੈ। ਨਿਰੰਤਰ ਦਾ ਮਤਲਬ ਕੰਟੀਨਿਊ, ਬਿਲਕੁਲ ਇੱਕ ਰਸ। ਸਭ ਜੀਵਾਂ ਦੇ ਅੰਦਰ, ਸਭ ਥਾਵਾਂ ਤੇ ਇੱਕ ਰੱਬ ਹੀ ਸਮਾਇਆ ਹੋਇਆ ਹੈ। ਕੋਈ ਵੀ ਐਸਾ ਥਾਂ, ਕੋਈ ਵੀ ਐਸਾ ਜੀਵ ਜੰਤ ਨਹੀਂ ਜਿਹਦੇ ਅੰਦਰ ਰੱਬ ਨਹੀਂ ਸਮਾਇਆ। ਕੋਈ ਐਸਾ ਥਾਂ ਨਹੀਂ ਜਿੱਥੇ ਰੱਬ ਨਹੀਂ ਹੈ। ਹਰ ਥਾਂ ਤੇ ਸਮਾਇਆ ਹੋਇਆ ਹੈ, ਮੇਰੇ ਵਿੱਚ ਵੀ, ਤੁਹਾਡੇ ਵਿੱਚ ਵੀ, ਧਰਤੀ ਵਿੱਚ, ਆਕਾਸ਼ ਵਿੱਚ, ਵਨਸਪਤੀ ਅੰਦਰ, ਹਰ ਥਾਂ ਤੇ ਉਹਦਾ ਹੁਕਮ, ਉਹਦੇ ਗੁਣ ਸਮਾਏ ਹੋਏ ਨੇ। ਆਪੇ ਬੀਨਾ ਆਪੇ ਦਾਨਾ। ਬੀਨਾ ਦਾ ਮਤਲਬ ਵੇਖਣ ਵਾਲਾ, ਫਾਰਸੀ ਦਾ ਸ਼ਬਦ ਹੈ ਬੀਨਾ, ਵੇਖਣ ਵਾਲਾ। ਦਾਨਾ ਫਾਰਸੀ ਦਾ ਸ਼ਬਦ ਹੈ ਸਿਆਣਾ, ਸਮਝਣ ਵਾਲਾ। ਤਾਂ ਗੁਰੂ ਜੀ ਕਹਿੰਦੇ ਨੇ ਆਪ ਹੀ ਜੀਵਾਂ ਦੇ ਦਿਲ ਦੀ ਪਛਾਣਨ ਵਾਲਾ ਹੈ ਤੇ ਉਹ ਆਪ ਹੀ ਜਾਣਨ ਵਾਲਾ ਹੈ। ਯਾਨੀ ਉਹ ਸਾਨੂੰ ਵੇਖਣ ਵਾਲਾ ਵੀ ਹੈ, ਸਾਡੇ ਕੰਮਾਂ ਨੂੰ ਜਾਣਦਾ ਵੀ ਹੈ। ਹਰ ਜੀਵ ਦੇ ਕਰਮ ਨੂੰ ਰੱਬ ਵੇਖ ਰਿਹਾ ਹੈ ਔਰ ਹਰ ਕਰਮ ਨੂੰ ਜਾਣ ਰਿਹਾ ਹੈ। ਕੋਈ ਵੀ ਕਰਮ ਰੱਬ ਤੋਂ ਛਿਪ ਕੇ ਨਹੀਂ ਕੀਤਾ ਜਾ ਸਕਦਾ। ਕੋਈ ਵੀ ਕਰਮ ਛਿਪ ਕੇ ਨਹੀਂ ਕੀਤਾ ਜਾ ਸਕਦਾ, ਕਿਉਂਕਿ ਉਹ ਸਰਬ ਵਿਆਪਕ ਹੈ ਨਾ। ਤੇ ਕਿਸੇ ਵੀ ਕਰਮ ਦੇ ਫਲ ਤੋਂ ਬਚਿਆ ਨਹੀਂ ਜਾ ਸਕਦਾ। ਰੱਬ ਇੱਕ ਐਸਾ ਜੱਜ ਹੈ ਜਿਹੜਾ ਗਵਾਹ ਵੀ ਆਪ ਹੈ, ਮੌਕੇ ਦਾ ਗਵਾਹ ਵੀ ਆਪ ਹੈ ਤੇ ਜੱਜ ਵੀ ਆਪ ਹੈ। ਹੁਣ ਆਮ ਬੰਦਾ ਛੁੱਟ ਜਾਂਦਾ ਹੈ ਜੱਜ ਕੋਲੋਂ, ਕਿਉਂਕਿ ਉੱਥੇ ਕਈ ਵਾਰ ਗਵਾਹੀਆਂ ਦੀ, ਸਬੂਤਾਂ ਦੀ ਘਾਟ ਹੁੰਦੀ ਹੈ। ਤੇ ਰੱਬ ਨੂੰ ਸਬੂਤਾਂ ਦੀ ਲੋੜ ਨਹੀਂ, ਕਿਉਂਕਿ ਉਹ ਵੇਖ ਰਿਹਾ ਨਾ, ਆਪ ਵੇਖ ਰਿਹਾ ਹਰ ਥਾਂ ਤੇ ਨਾਲ ਦੇ ਨਾਲ ਫਲ ਮਿਲ ਜਾਣਾ। ਜਿਹੜਾ ਸਿਸਟਮ ਹੈ, ਸਿਸਟਮ ਤੋਂ ਕਿਵੇਂ ਬਚੋਗੇ? ਸਿਸਟਮ ਤੋਂ ਬਚਿਆ ਨਹੀਂ ਜਾ ਸਕਦਾ। ਜੇ ਹੁਣ ਕੋਈ 5-7 ਪਰੌਂਠੇ ਖਾ ਜਾਵੇ ਤੇ ਕਵੇ ਮੈਨੂੰ ਕਿਹੜਾ ਵੇਖਿਆ, ਆਪ ਹੀ ਮੈਂ ਬਣਾਏ ਨੇ ਤੇ ਆਪ ਹੀ ਖਾਦੇ ਨੇ, ਤੇ ਖਾ ਵੀ ਕੱਚੇ ਪੱਕੇ ਜਾਏ, ਫਿਰ ਢਿੱਡ ਪੀੜ ਤੇ ਹੋਏਗੀ। ਯਾਨੀ ਬਚਿਆ ਨਾ ਜਾ ਸਕਦਾ ਕਿਸੇ ਕਰਮ ਤੋਂ। ਤਾਂ ਉਹ ਵੇਖਣ ਵਾਲਾ ਹੈ, ਉਹ ਜਾਣਨ ਵਾਲਾ ਹੈ। ਕੋਈ ਵੀ ਕਰਮ ਰੱਬ ਤੋਂ ਚੋਰੀ ਛਿਪੇ ਨਹੀਂ ਕੀਤਾ ਜਾ ਸਕਦਾ। ਅਸੀਂ ਆਪਣਾ ਆਪਾ ਵੇਖਦੇ ਹਾਂ। ਇਸ ਲਈ ਸਾਨੂੰ ਇਥੋਂ ਇਹ ਸਿੱਖਿਆ ਮਿਲ ਰਹੀ ਹੈ ਕਿ ਹਰ ਕੰਮ ਕਰਨ ਲੱਗਿਆਂ ਇਹ ਸੋਚ ਬਣਾ ਲੈਣੀ ਹੈ ਕਿ ਰੱਬ ਮੇਰੇ ਕੰਮ ਨੂੰ ਵੇਖ ਰਿਹਾ ਹੈ, ਜਾਣ ਰਿਹਾ ਹੈ। ਇਸ ਲਈ ਮੈਂ ਰੱਬ ਦੀ ਹਜ਼ੂਰੀ ਵਿੱਚ ਜੀ ਰਿਹਾ ਹਾਂ। ਮੈਂ ਉਹ ਕਰਮ ਕਰਨੇ ਨੇ ਜੋ ਰੱਬ ਨੂੰ ਪ੍ਰਵਾਨ ਨੇ। ਇਥੋਂ ਸਾਨੂੰ ਇਸ ਸਿੱਖਿਆ ਮਿਲੇਗੀ। ਗਹਿਰ, ਗੰਭੀਰ, ਗਹੀਰ, ਸੁਜਾਨਾ। ਗਹਿਰ ਦਾ ਮਤਲਬ ਬਹੁਤ ਡੂੰਘਾ, ਗਹਿਰਾ, ਔਰ ਗੰਭੀਰ ਦਾ ਮਤਲਬ ਡੂੰਘਾ, ਗਹੀਰ ਦਾ ਮਤਲਬ ਡੂੰਘਾ, ਸੁਜਾਨਾ ਦਾ ਮਤਲਬ ਸਿਆਣਾ, ਤੇ ਡੂੰਘਾ ਦਾ ਮਤਲਬ ਜਿਸ ਦਾ ਭੇਦ ਲੱਭਣਾ ਬੜਾ ਔਖਾ ਹੈ। ਪ੍ਰਭੂ ਬੜਾ ਗੰਭੀਰ ਹੈ, ਬੜਾ ਡੂੰਘਾ ਹੈ ਔਰ ਬੜਾ ਸਿਆਣਾ ਹੈ। ਇਹ ਚੀਜ਼ ਸਮਝਣ ਵਾਲੀ ਹੈ। ਰੱਬ ਬੜਾ ਡੂੰਘਾ ਗੁਣਾ ਦਾ ਸਾਗਰ ਹੈ, ਸੰਜੀਦਾ ਹੈ, ਸਰਬ ਵਿਆਪਕ ਹੈ ਔਰ ਸਿਆਣਾ ਹੈ। ਇਹ ਚੀਜ਼ ਸਮਝਣ ਵਾਲੀ ਹੈ। ਤਾਂ ਇਹਦਾ ਮਤਲਬ ਕਿ ਰੱਬ ਸਾਡੇ ਅੰਦਰ ਵਸਦਾ ਹੈ ਤੇ ਅਸੀਂ ਵੀ ਉਸੇ ਰੱਬ ਦਾ ਰੂਪ ਹਾਂ। ਸਾਡੇ ਅੰਦਰ ਵੀ ਇਹ ਕੁਆਲਿਟੀਆਂ ਪੈਦਾ ਹੋ ਸਕਦੀਆਂ ਨੇ, ਕਿਉਂਕਿ ਰੱਬ ਸਾਡੇ ਅੰਦਰ ਹੈ। ਅਸੀਂ ਰੱਬ ਦਾ ਰੂਪ ਹਾਂ। ਤੇ ਜੇ ਇੱਕ ਨਿੱਕੀ ਜੀ ਬੂੰਦ ਸਮੁੰਦਰ ਵਿੱਚ ਮਿਲ ਕੇ ਸਮੁੰਦਰ ਦਾ ਰੂਪ ਹੋ ਜਾਏ ਤਾਂ ਉਹ ਵੀ ਗਹਿਰੀ ਹੋ ਜਾਏਗੀ, ਉਹ ਵੀ ਡੂੰਘੀ ਹੋ ਜਾਏਗੀ, ਉਹ ਵੀ ਸਾਰੀਆਂ ਚੀਜ਼ਾਂ ਦੀ ਮਾਲਕ ਹੋ ਜਾਏਗੀ, ਕਿਉਂਕਿ ਉਹ ਬੂੰਦ ਵੱਖਰੀ ਨਹੀਂ ਰਹੀ, ਉਹ ਸਾਗਰ ਹੋ ਗਈ ਹੈ। ਤੇ ਜੇ ਅਸੀਂ ਆਪਣੀ ਮੱਤ ਛੱਡ ਕੇ, ਆਪਣੀ ਸੋਚ ਛੱਡ ਕੇ, ਆਪਣੀ ਸੋਚ ਨੂੰ ਗੁਰੂ ਦੀ ਸੋਚ ਵਿੱਚ ਲੀਨ ਕਰ ਦਈਏ, ਆਪਣੀ ਸੋਚ ਨੂੰ ਰੱਬੀ ਸੋਚ ਵਿੱਚ ਲੀਨ ਕਰ ਦਈਏ, ਤਾਂ ਅਸੀਂ ਵੀ ਐਸੇ ਮਹਾਨ ਹੋ ਜਾਾਂਗੇ। ਅਬ ਤੋ ਜਾਏ ਚढ़े ਸਿੰਘਾਸਨ, ਮਿਲੇ ਹੈ ਸਾਰਿੰਗ ਪਾਣੀ, ਰਾਮ ਕਬੀਰਾ ਏਕ ਪੈ ਹੈ, ਕੋਈ ਨਾ ਸਕੇ ਪਛਾਣੇ। ਤਾਂ ਰੱਬ ਗਹਿਰ, ਗੰਭੀਰ, ਗਹੀਰ ਹੈ, ਸੁਜਾਨ ਹੈ, ਸਿਆਣਾ ਹੈ।
ਇੱਕ ਪਹਿਲੀ ਗੱਲ, ਉਹਨੂੰ ਇਮੋਸ਼ਨਲ ਬਲੈਕਮੇਲ ਨਹੀਂ ਕੀਤਾ ਜਾ ਸਕਦਾ। ਦੂਜੀ ਗੱਲ, ਅਸੀਂ ਉਸ ਰੱਬ ਦੇ ਰੂਪ ਹਾਂ। ਤੇ ਤੀਜੀ ਗੱਲ, ਅਸੀਂ ਵੀ ਇਹਨਾਂ ਗੁਣਾਂ ਦੇ ਧਾਰਨੀ ਹੋਣਾ ਹੈ। ਜਦੋਂ ਅਸੀਂ ਇਹਨਾਂ ਗੁਣਾਂ ਦੇ ਧਾਰਨੀ ਹੋਵਾਂਗੇ, ਸਾਨੂੰ ਵੀ ਸੁੱਖ ਮਿਲੇਗਾ। ਪਾਰ ਬ੍ਰਹਮ ਪਰਮੇਸ਼ਵਰ ਗੋਬਿੰਦ, हे ਪਾਰ ਬ੍ਰਹਮ, हे परम ईश्वर, हे सब तो ਵੱਡੇ, हे ਗੋਬਿੰਦ। ਗੋ ਦਾ ਮਤਲਬ ਸ੍ਰਿਸ਼ਟੀ, ਬਿੰਦ ਦਾ ਮਤਲਬ ਪੈਦਾ ਕਰਨ ਵਾਲਾ। हे ਜੀਵਾਂ ਦੇ ਪਾਲਕ, ਜੀਵਾਂ ਨੂੰ ਪੈਦਾ ਕਰਨ ਵਾਲੇ। ਕਿਰਪਾ ਨਿਧਾਨ, ਦਇਆਲ ਬਖਸ਼ੰਦ। ਇਹਨੂੰ ਕਿਰਪਾ ਨਹੀਂ ਪੜਨਾ, ਕਿਰਪਾ ਬੋਲਾਂਗੇ। ਕਿਰਪਾ, ਕਿਰਪਾ ਬੋਲਣ ਦੇ ਨਾਲ ਰਾਰਾ ਪੂਰਾ ਬੋਲ ਜਾਂਦਾ ਹੈ। ਕਿਰਪਾ ਨਿਧਾਨ, ਕਿਰਪਾ ਨਿਧਾਨ ਦਾ ਮਤਲਬ ਕਿਰਪਾ ਦਾ, ਦਇਆ ਦਾ ਭੰਡਾਰ, ਦਇਆ ਦਾ ਖਜ਼ਾਨਾ। ਦਇਆਲ, ਇਹਨੂੰ ਦਿਆਲ ਨਹੀਂ ਬੋਲਣਾ। ਕਈ ਵਾਰੀ ਬਹੁਤੇ ਵੀਰ ਭੈਣਾਂ ਦਿਆਲ ਬੋਲ ਜਾਂਦੇ ਨੇ। ਦਿਆਲ ਬੋਲਣ ਨਾਲ ਕੀ ਹੋਏਗਾ? ਦੱਦੇ ਨਾਲ ਸਿਹਾਰੀ, ਐੜੇ ਨਾਲ ਕੰਨਾ ਔਰ ਲੱਲਾ ਬੋਲੇਗਾ ਦਿਆਲ। ਈੜੀ ਵਿੱਚੋਂ ਗਾਇਬ ਹੋ ਜਾਏਗੀ, ਇਸ ਲਈ ਇਹਦਾ ਸ਼ੁੱਧ ਉਚਾਰਨ ਹੋਏਗਾ ਦਇਆਲ। ਦਇਆਲ, ਬਖਸ਼ੰਦ, ਬਖਸ਼ਿਸ਼ ਕਰਨ ਵਾਲਾ। हे ਦਇਆ ਦੇ ਖਜ਼ਾਨੇ, हे ਦਇਆ ਦੇ ਘਰ, हे ਬਖਸ਼ਣਹਾਰ ਪ੍ਰਭੂ। ਤਾਂ ਰੱਬ ਬਖਸ਼ਿੰਦ ਹੈ, ਬਖਸ਼ਣ ਵਾਲਾ ਹੈ। ਦਇਆ ਔਰ ਕਿਰਪਾ ਦਾ ਖਜ਼ਾਨਾ ਹੈ, ਭਰਿਆ ਪਿਆ ਹੈ, ਸਮੁੰਦਰ ਹੈ। ਤਾਂ ਜਿੰਨੀ ਮਰਜ਼ੀ ਤੁਸੀਂ ਦਇਆ ਪ੍ਰਾਪਤ ਕਰ ਸਕਦੇ ਹੋ, ਦਇਆ ਦੇ ਪਾਤਰ ਬਣਨਾ ਹੈ। ਤੁਹਾਡੇ ਕੋਲ ਬਰਤਨ ਕਿੰਨਾ ਹੈ? ਵਿਸ਼ਵਾਸ ਦਾ, ਪਿਆਰ ਦਾ। ਔਰ ਬਖਸ਼ਿਸ਼ਾਂ ਕਰਨ ਵਾਲਾ ਹੈ ਰੱਬ। ਰੱਬ ਨੇ ਕੋਈ ਵੀ ਪਦਾਰਥ ਆਪਣੇ ਵਾਸਤੇ ਨਹੀਂ ਰੱਖਿਆ ਕਿ ਮੈਨੂੰ ਇਹਨਾਂ ਚੀਜ਼ਾਂ ਦੀ ਲੋੜ ਹੈ। ਉਹ ਦੇ ਰਿਹਾ ਹੈ। ਸੇਬਾਂ ਦੇ ਰੁੱਖਾਂ ਤੇ ਸੇਬ ਲੱਗ ਰਹੇ ਨੇ ਨਾ, ਤੇ ਉਹ ਇਸ ਵਾਸਤੇ ਸੇਬ ਨਹੀਂ ਪੈਦਾ ਕਰ ਰਹੇ ਕਿ ਅਸੀਂ ਖਾਣੇ ਨੇ। ਸੇਬ ਦੇ ਰੁੱਖ ਨੇ ਥੋੜਾ ਖਾਣੇ ਨੇ ਸੇਬ, ਦੂਜਿਆਂ ਵਾਸਤੇ ਪੈਦਾ ਕਰੀ ਜਾ ਰਿਹਾ ਹੈ। ਰੱਬ ਬਖਸ਼ਿਸ਼ਾਂ ਕਰ ਰਿਹਾ ਹੈ। ਔਰ ਸਤ ਸੰਤੋਖ, ਦਇਆ, ਧਰਮ ਜੋ ਗੁਣ ਨੇ, ਉਹ ਵੀ ਉਹਨੇ ਬਖਸ਼ਿਸ਼ ਕਰਨੀ ਹੈ। ਜਿਹੜਾ ਮਰਜ਼ੀ ਇਹ ਗੁਣ ਲੈ ਸਕਦਾ ਹੈ, ਸੁੱਖ ਲੈ ਸਕਦਾ ਹੈ। ਤਾਂ ਉਹ ਕਿਰਪਾ ਦਾ ਖਜ਼ਾਨਾ ਹੈ, ਦਇਆ ਦਾ ਸਾਗਰ ਹੈ, ਔਰ ਬਖਸ਼ਿਸ਼ਾਂ ਕਰਨ ਵਾਲਾ ਹੈ। ਤਾਂ ਗੁਰੂ ਜੀ ਕਹਿੰਦੇ ਨੇ, हे ਕਿਰਪਾ ਦੇ ਖਜ਼ਾਨੇ, हे ਦਇਆ ਦੇ ਸਾਗਰ, हे ਪਾਰ ਬ੍ਰਹਮ, हे ਪਰਮੇਸ਼ਰ, हे ਗੋਬਿੰਦ। ਮੇਰੀ ਇੱਕ ਚਾਹਤ ਹੈ। ਉਹ ਚਾਹਤ ਕਿਹੜੀ ਹੈ? ਸਾਧ ਤੇਰੇ ਕੀ ਚਰਨੀ ਪਾਉ। ਇੱਥੇ ਪਾਉ ਨਹੀਂ ਪੜਨਾ, ਪਾਉ, ਮੈਂ ਪਵਾਂ। ਫਸਟ ਪਰਸਨ ਦੀ ਗੱਲ ਹੈ। ਸਾਧ ਦਾ ਮਤਲਬ ਜੋ ਤੇਰੇ ਦਾਸ ਨੇ, ਜੋ ਤੇਰੇ ਦਾਸ ਨੇ, ਜੋ ਤੇਰੇ ਰਾਹਾਂ ਤੇ ਤੁਰਨ ਵਾਲੇ ਨੇ। ਸਾਧ ਤੇਰੇ ਕੀ ਚਰਨੀ ਪਾਉ, ਮੈਂ ਤੇਰੇ ਦਾਸਾਂ ਦੀ ਚਰਨੀ ਲੱਗਾ। ਯਾਨੀ ਮੈਂ ਉਹਨਾਂ ਰਾਹਾਂ ਤੇ ਤੁਰਾਂ ਜਿਨ੍ਹਾਂ ਰਾਹਾਂ ਤੇ ਤੇਰੇ ਪਿਆਰੇ ਜਾਂਦੇ ਨੇ। ਤੇਰੀ ਸ਼ਰਨ ਵਿੱਚ ਰਹਾ ਜਿਵੇਂ ਤੇਰੇ ਪਿਆਰੇ ਰਹਿੰਦੇ ਨੇ। ਔਰ ਜਿਹੜੇ ਤੇਰੇ ਪਿਆਰੇ ਨੇ, ਜੋ ਤੇਰੀ ਰਜਾ ਭਾਣੇ ਵਿੱਚ ਤੁਰਨ ਵਾਲੇ ਨੇ, ਮੈਂ ਉਹਨਾਂ ਦਾ ਮਾਣ ਕਰਾਂ, ਸਤਿਕਾਰ ਕਰਾਂ, ਆਦਰ ਕਰਾਂ, ਉਹਨਾਂ ਦੀ ਮੈਂ ਸੰਗਤ ਕਰਾਂ। ਕਿਉਂਕਿ ਜੋ ਬੰਦਾ ਜੈਸੀ ਸੰਗਤ ਕਰੇਗਾ, ਵੈਸੇ ਉਹਦੇ ਅੰਦਰ ਗੁਣ ਔਗਣ ਜਾਂ ਚੰਗਾ ਮਾੜਾ ਸੁਭਾਅ ਪੈਦਾ ਹੋ ਜਾਏਗਾ, ਜੈਸੀ ਸੰਗਤ ਕਰੇਗਾ। ਤਾਂ ਸਾਨੂੰ ਇਥੋਂ ਪ੍ਰੇਰਨਾ ਮਿਲ ਰਹੀ ਹੈ, ਅਸੀਂ ਉਹਨਾਂ ਵੀਰਾਂ ਭੈਣਾਂ ਦੀ ਸੰਗਤ ਕਰਨੀ ਹੈ ਜੋ ਗੁਰਬਾਣੀ ਮੁਤਾਬਕ ਜ਼ਿੰਦਗੀ ਜੀ ਰਹੇ ਹਨ। ਸਾਧ ਤੇਰੇ ਕੀ ਚਰਨੀ ਪਾਉ, ਨਾਨਕ ਕੈ ਮਨ। ਇੱਥੇ ਵਿਸਰਾਮ ਲਾਵਾਂਗੇ। ਇਹ ਅਨਰਾਓ, ਇਹਨੂੰ ਇਹੋ ਨਹੀਂ ਪੜਨਾ। ਇਹ ਅਨਰਾਓ ਦਾ ਮਤਲਬ ਉਮੰਗ, ਚਾਹ, ਪ੍ਰੀਤ, ਅਨੁਰਾਗ ਜਾਂ ਤਾਂਗ ਜਾਂ ਖਿੱਚ। ਗੁਰੂ ਜੀ ਕਹਿੰਦੇ ਨੇ, ਦਾਸ ਨਾਨਕ ਦੇ ਮਨ ਦੇ ਅੰਦਰ ਇੱਕ ਤਾਂਗ ਹੈ, ਇੱਕ ਖਿੱਚ ਹੈ, ਸੱਦਰ ਹੈ ਕਿ ਮੈਂ ਤੇਰੇ ਪਿਆਰਿਆਂ ਦੀ ਚਰਨੀ ਲੱਗਾ, ਤੇਰੇ ਦਾਸਾਂ ਦਾ ਮੈਂ ਆਦਰ ਸਤਿਕਾਰ ਮਾਣ ਕਰਾਂ। ਤੇ ਮੇਰੇ ਅੰਦਰ ਇਹ ਤਾਂਗ ਹੈ ਕਿ ਜਿਨ੍ਹਾਂ ਰਾਹਾਂ ਤੇ ਤੇਰੇ ਦਾਸ ਤੁਰਦੇ ਨੇ, ਮੈਂ ਵੀ ਉਹਨਾਂ ਰਾਹਾਂ ਤੇ ਚੱਲ ਸਕਾਂ। ਅਸੀਂ ਆਪਣੇ ਅੰਦਰ ਇਹ ਤਾਂਗ ਪੈਦਾ ਕਰਨੀ, ਆਪਣਾ ਗੋਲ ਬਣਾਉਣਾ। ਜੇ ਸਾਡੀ ਜ਼ਿੰਦਗੀ ਵਿੱਚ ਇਹ ਤਾਂਗ ਪੈਦਾ ਹੋ ਜਾਂਦੀ ਹੈ, ਇਹ ਖਿੱਚ ਪੈਦਾ ਹੋ ਜਾਂਦੀ ਹੈ, ਔਰ ਅਸੀਂ ਇਹਨਾਂ ਗੁਣਾਂ ਨੂੰ ਆਪਣੀ ਜ਼ਿੰਦਗੀ ਦਾ ਗੋਲ ਬਣਾ ਲੈਂਦੇ ਹਾਂ, ਤਾਂ ਫਿਰ ਮੇਰੀ ਵਿਚਾਰ ਕੀਤੀ ਹੋਈ ਔਰ ਤੁਹਾਡੀ ਵਿਚਾਰ ਸੁਣੀ ਹੋਈ ਸਫਲੀ ਹੋ ਗਈ। ਤੇ ਜੇ ਅਸੀਂ ਸਾਰਿਆਂ ਨੇ ਇਹ ਵਿਚਾਰ ਕਰਦੇ ਹਾਂ, ਆਪਣੇ ਅੰਦਰ ਇਹ ਤਾਂਗ ਪੈਦਾ ਨਾ ਕੀਤੀ, ਤਾਂ ਫਿਰ ਪੜਿਆ ਸੁਣਿਆ ਸਾਡਾ ਸਫਲ ਨਹੀਂ ਹੋਇਆ। ਪੜ੍ਹੇ ਸੁਣੇ ਕਿਆ ਹੋਈ, ਜੋ ਸਹਿਜ ਨਾ ਮਿਲਿਓ ਸੋਈ।
क्या पढ़ी है क्या गुनी है, क्या वेद पुराना सुनी है, पढ़े सुने क्या हुई, जो सहज ना मिले सोई। गुरु रहमत करे ਸਾਡੀ ਜ਼ਿੰਦਗੀ ਦੇ ਅੰਦਰ ਇੱਕ ਤਾਂਘ ਪੈਦਾ ਹੋਵੇ, ਸਾਡੇ ਜੀਵਨ ਦੇ ਅੰਦਰ ਇੱਕ ਖਿੱਚ ਪੈਦਾ ਹੋਵੇ, ਅਸੀਂ ਆਪਣੀ ਜ਼ਿੰਦਗੀ ਦਾ ਇਹ ਗੋਲ ਬਣਾ ਲਈਏ ਕਿ ਅਸੀਂ ਰੱਬੀ ਪਿਆਰਿਆਂ ਦੀ ਸੰਗਤ ਕਰਨੀ ਹੈ, ਰੱਬੀ ਗੁਣਾਂ ਦੇ ਧਾਰਨੀ ਹੋਣਾ ਹੈ, ਰੱਬੀ ਰਜ਼ਾ ਮੁਤਾਬਕ ਜ਼ਿੰਦਗੀ ਜੀਣੀ ਹੈ। ਔਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਜੋ ਸਾਨੂੰ ਵੇ ਆਫ ਲਾਈਫ ਦਿੱਤਾ ਹੈ, ਇਸ ਵੇ ਆਫ ਲਾਈਫ ਨੂੰ ਅਸਾਂ ਅਪਣਾਉਣਾ ਹੈ। ਹੁਣ ਅਗਲਾ ਗੁਣ ਰੱਬ ਦਾ ਦੱਸ ਰਹੇ ਨੇ, ਮਨਸਾ ਪੂਰਨ ਸਰਨਾ ਜੋਗ। ਮਨਸਾ ਦਾ ਮਤਲਬ ਖਾਹਿਸ਼, ਮਨਸਾ ਦਾ ਮਤਲਬ ਮਨ ਦਾ ਫੁਰਨਾ, ਸਰਨਾ ਜੋਗ ਦਾ ਮਤਲਬ ਸਰਨ ਦੇਣ ਯੋਗ, ਜੋ ਸ਼ਰਨ ਆਏ ਦੀ ਸਹਾਇਤਾ ਕਰ ਸਕੇ। ਕਈ ਵਾਰ ਹੁੰਦਾ ਨਾ, ਅਸੀਂ ਬਚਾਅ ਵਾਸਤੇ ਕਿਸੇ ਦੀ ਸ਼ਰਨ ਵਿੱਚ ਜਾਂਦੇ ਆ, ਪਰ ਉਹ ਬੰਦਾ ਕਮਜ਼ੋਰ ਹੁੰਦਾ, ਉਹ ਸਾਨੂੰ ਬਚਾ ਨਹੀਂ ਪਾਉਂਦਾ, ਸਗੋਂ ਸਾਡੀ ਜਾਨ ਵਾਸਤੇ ਖਤਰਾ ਪੈਦਾ ਹੋ ਜਾਂਦਾ। ਤੇ ਇੱਕ ਬੰਦਾ ਉਹ ਹੈ ਜਿਹਦੇ ਕੋਲ ਅਸੀਂ ਬਚਾਅ ਵਾਸਤੇ ਜਾਂਦੇ ਆ, ਉਹਦੇ ਕੋਲ ਸਮਰੱਥਾ ਹੈ। ਜਦੋਂ ਕਿ ਉਹ ਬੰਦਾ ਫਲਾਂ ਬੰਦੇ ਦੀ ਸ਼ਰਨ ਵਿੱਚ ਚਲਾ ਗਿਆ ਤੇ ਦੁਸ਼ਮਣ ਉਹਦੇ ਵੱਲ ਝਾਕਦਾ ਵੀ ਨਹੀਂ। ਛੇਵੇਂ ਪਾਤਸ਼ਾਹ ਦੇ ਪਾਵਨ ਚਰਨਾਂ ਦੇ ਅੰਦਰ ਸ਼ਰਨ ਵਿੱਚ ਬੀਬੀ ਕੌਲਾਂ ਚਲੇ ਗਏ, ਜਾਨ ਬਚ ਗਈ ਨਾ ਉਹਨਾਂ ਦੀ। ਭਾਈ ਨੰਦ ਲਾਲ ਸਿੰਘ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਪਾਵਨ ਚਰਨਾਂ ਦੀ ਸ਼ਰਨ ਵਿੱਚ ਆ ਗਏ। ਯਾਨੀ ਕਿੰਨੇ ਐਸੇ ਲੋਕ ਨੇ ਜੋ ਗੁਰੂ ਦੀ ਸ਼ਰਨ ਵਿੱਚ, ਪ੍ਰਭੂ ਦੀ ਸ਼ਰਨ ਵਿੱਚ ਆ ਗਏ ਤੇ ਪ੍ਰਭੂ ਉਹਨਾਂ ਦੀ ਰੱਖਿਆ ਕਰਨ ਵਾਲਾ ਹੈ, ਰਾਖੀ ਕਰਨ ਯੋਗ ਹੈ। ਇਸ ਲਈ ਗੁਰੂ ਜੀ ਨੇ ਬਚਨ ਕੀਤਾ ਹੈ, ਸਿੰਘ ਸਰਨ ਕਤ ਜਾਈਐ ਜੋ ਜੰਬੂਕ ਗ੍ਰਸ ਹੈ। ਸ਼ੇਰ ਦੀ ਸ਼ਰਨ ਵਿੱਚ ਜਾਣ ਦਾ ਫਾਇਦਾ ਹੀ ਕੀ ਹੈ ਜੇ ਜੰਬੂਕ ਗਿੱਦੜ ਦਾ ਡਰ ਬਣਿਆ ਰਹਿਣਾ ਹੈ। ਜਦੋਂ ਕੋਈ ਸ਼ੇਰ ਦੀ ਸ਼ਰਨ ਵਿੱਚ ਚਲਾ ਜਾਏ, ਜਿਹਦੀ ਰਾਖੀ ਕਰਨ ਵਾਲਾ ਸ਼ੇਰ ਹੋਵੇ, ਉਹਨੂੰ ਗਿੱਦੜਾਂ ਦਾ ਡਰ ਨਹੀਂ ਰਹਿੰਦਾ। ਤੇ ਰੱਬ ਦੇ ਅੰਦਰ, ਗੁਰੂ ਦੇ ਅੰਦਰ ਸਮਰੱਥਾ ਹੈ, ਸ਼ਰਨ ਆਇਆਂ ਨੂੰ ਵਿਕਾਰਾਂ ਤੋਂ ਬਚਾ ਸਕਦਾ ਹੈ। ਹੁਣ ਦੇਖੋ, ਜੋਤਸ਼ੀ ਨੇ, ਬਾਬੇ ਨੇ, ਮੜੀਆਂ ਕਬਰਾਂ ਨੇ, ਇਹ ਤੁਹਾਨੂੰ ਕਾਮ ਕ੍ਰੋਧ ਲੋਭ ਮੋਹ ਤੋਂ ਬਚਾ ਨਹੀਂ ਸਕਦੇ। ਲੇਕਿਨ ਜੋ ਗੁਰੂ ਹੈ, ਗੁਰੂ ਦੀ ਪਾਵਨ ਬਾਣੀ ਹੈ, ਗੁਰੂ ਦਾ ਦਿੱਤਾ ਹੋਇਆ ਵੇ ਆਫ ਲਾਈਫ ਹੈ, ਸਾਨੂੰ ਇਹਨਾਂ ਵਿਕਾਰਾਂ ਤੋਂ ਬਚਾ ਲੈਂਦਾ ਹੈ। ਤਾਂ ਜਿਹੜੇ ਮਨ ਦੇ ਫੁਰਨੇ ਨੇ ਵਿਕਾਰਾਂ ਵਾਲੇ, ਉਹਨਾਂ ਫੁਰਨਿਆਂ ਨੂੰ ਖਤਮ ਕਰਨ ਵਾਲਾ ਹੈ ਔਰ ਸ਼ਰਨ ਪੈ ਦੀ ਲਾਜ ਰੱਖਣ ਵਾਲਾ ਹੈ। ਜਿਹੜਾ ਗੁਰੂ ਦੇ, ਪ੍ਰਭੂ ਦੇ ਚਰਨਾਂ ਦੀ ਸ਼ਰਨ ਲੈਂਦਾ, ਉਹਦੇ ਉੱਤੇ ਵਿਕਾਰ ਹਾਵੀ ਨਹੀਂ ਹੁੰਦੇ। ਜੋ ਕਰ ਪਾਇਆ ਸੋਈ ਹੋਗ। ਕਰ ਦਾ ਮਤਲਬ ਹੱਥ ਵਿੱਚ, ਜੋ ਕਰ ਪਾਇਆ, ਕਰ ਦਾ ਮਤਲਬ ਹੱਥ ਵਿੱਚ ਜਾਂ ਹੱਥ ਤੇ, ਸੋਈ ਹੋਗ ਉਹੀ ਹੋਵੇਗਾ। ਯਾਨੀ ਹੱਥ ਦਾ ਦੂਜਾ ਅਰਥ ਹੈ ਹੱਥ ਨਾਲ, ਜੋ ਕਰ ਪਾਇਆ, ਜੋ ਹੱਥ ਨਾਲ ਪਾ ਦਿੱਤਾ, ਸੋਈ ਹੋਗ। ਤਾਂ ਇੱਥੇ ਕਰ ਪਾਇਆ ਦਾ ਮਤਲਬ ਹੈ ਹੁਕਮ। ਜੋ ਰੱਬ ਨੇ ਹੁਕਮ ਲਿਖ ਦਿੱਤਾ, ਜੋ ਕੁਦਰਤ ਦੀ ਨੇਮ ਬਣ ਗਏ, ਉਹੀ ਕੁਝ ਹੋਏਗਾ। ਕੁਦਰਤ ਦੇ ਨੇਮਾਂ ਤੋਂ ਬਾਹਰ ਕੁਝ ਨਹੀਂ ਹੋ ਸਕਦਾ। ਜੋ ਕਰ ਪਾਇਆ, ਜਿਹਨੂੰ ਇੱਥੇ ਕਰ ਪਾਇਆ ਕਹਿ ਰਹੇ ਨੇ, ਉਹਨੂੰ ਜਪਜੀ ਸਾਹਿਬ ਦੇ ਵਿੱਚ ਹੁਕਮ ਰਜਾਈ ਚੱਲਣਾ, ਨਾਨਕ ਲਿਖਿਆ ਨਾਲ ਕਿਹਾ ਹੈ। ਇੱਥੇ ਕਰ ਪਾਇਆ ਹੱਥ ਦੇ ਨਾਲ, ਮੀਨਸ ਕਿ ਜੋ ਰੱਬ ਨੇ ਹੁਕਮ ਬਣਾ ਦਿੱਤਾ ਹੈ, ਸਿਸਟਮ ਬਣਾ ਦਿੱਤਾ ਹੈ, ਉਹੀ ਹੋਵੇਗਾ। ਸਿਸਟਮ ਤੋਂ ਬਾਹਰ ਕੁਝ ਨਹੀਂ ਹੋਏਗਾ। ਸਿਸਟਮ ਨੂੰ ਸਮਝਣਾ ਪਵੇਗਾ। ਜੇ ਸੁਖ ਚਾਹੁੰਦੇ ਹੋ ਤੇ ਉਹਦੀ ਰਿਕੁਆਇਰਮੈਂਟ ਪੂਰੀ ਕਰਨੀ ਪਵੇਗੀ। ਹੁਕਮ ਤੋਂ ਬਾਹਰ, ਰਜਾ ਤੋਂ ਬਾਹਰ, ਨੇਮਾਂ ਤੋਂ ਬਾਹਰ ਅਸੀਂ ਕੁਝ ਵੀ ਪ੍ਰਾਪਤ ਨਹੀਂ ਕਰ ਸਕਦੇ। ਅਗਲਾ ਬਚਨ ਗੁਰੂ ਪਾਤਸ਼ਾਹ ਜੀ ਕਰ ਰਹੇ ਨੇ, ਹਰਨ ਪਰਨ ਜਾ ਕਾ ਨੇਤਰ ਫੂਰ। ਹਰਨ ਦਾ ਮਤਲਬ ਨਾਸ ਕਰਨਾ ਤੇ ਭਰਨ ਦਾ ਮਤਲਬ ਪਾਲਣਾ। ਨੇਤਰ ਫੂਰ ਦਾ ਮਤਲਬ ਅੱਖ ਦਾ ਫਰਕਣਾ। ਜਿੰਨਾ ਟਾਈਮ ਅੱਖ ਝਮਕਣ ਵਿੱਚ ਲੱਗਦਾ ਹੈ ਨਾ, ਉਸ ਸਮੇਂ ਨੂੰ ਨੇਤਰ ਫੂਰ ਕਹਿ ਦਿੰਦੇ ਨੇ। ਹਰਨ ਦਾ ਮਤਲਬ ਨਾਸ ਕਰਨਾ, ਭਰਨ ਦਾ ਮਤਲਬ ਪਾਲਣਾ। ਜਿਸ ਪ੍ਰਭੂ ਦਾ ਅੱਖ ਫਰਕਣ ਦਾ ਸਮਾਂ ਜਗਤ ਦੇ ਪਾਲਣ ਔਰ ਨਾਸ਼ ਕਰਨ ਲਈ ਕਾਫੀ ਹੈ। ਯਾਨੀ ਇੱਕ ਪਲ ਵਿੱਚ ਹੀ ਇਸ ਦੁਨੀਆ ਦੀ ਉਤਪਤੀ ਲੈਤਾ ਪਾਲਣਾ ਹੋ ਜਾਂਦੀ ਹੈ। ਇੱਕ ਪਲ ਹੀ ਲੱਗਦਾ ਨਾ, ਜਿਵੇਂ ਆਪਾਂ ਪਹਿਲਾਂ ਵੀ ਵਿਚਾਰ ਕੀਤੀ। ਹੁਣ ਜੇ ਮੈਂ ਆਪਣੀ ਹੀ ਗੱਲ ਕਰਾਂ,
ਹੁਣ ਕਥਾ ਕਰਦਿਆਂ ਹੀ ਇੱਥੇ ਹਾਰਟ ਪ੍ਰੋਬਲਮ ਆ ਜਾਏ ਤੇ ਨਾਲ ਹੀ ਅਗਲਾ ਬਚਨ ਨਹੀਂ ਨਾ ਆਉਣਾ, ਨਾਲ ਹੀ ਖਤਮ। ਲੇਕਿਨ ਜੇ ਮਤਲਬ ਸਾਹ ਚੱਲ ਜਾਣ ਤੇ ਸਾਹ ਚੱਲਦੇ ਰਹਿਣ, ਯਾਨੀ ਕੁਦਰਤ ਦੇ ਅੰਦਰ ਇੱਕ ਪਲ ਹੀ ਲੱਗਦਾ ਹੈ। ਮੀਨਸ ਕਿ ਪਾਲਣਾ ਔਰ ਨਾਸ਼ ਕਰਨਾ ਇਹ ਸਭ ਰੱਬ ਦੇ ਹੱਥ ਵਿੱਚ ਹੈ। ਇਹਦਾ ਜਿਹੜਾ ਸਮਗਰ ਭਾਵ ਹੋਏਗਾ ਨਾ, ਸਮਗਰ ਭਾਵ ਮਾਰਨਾ ਪੈਦਾ ਕਰਨਾ ਇੱਕ ਪਲ ਦੇ ਵਿੱਚ ਹੀ ਹੋ ਜਾਂਦਾ ਹੈ। ਹੁਣ ਇਹ ਚੀਜ਼ ਨੂੰ ਸਮਝ ਲੈਣਾ, ਇੱਕ ਤਾਂ ਜਿਹੜਾ ਸਰੀਰਕ ਤੌਰ ਤੇ ਜੋ ਪਾਲਣਾ ਪੋਸ਼ਣਾ ਹੋ ਰਹੀ ਹੈ ਜੀਵਨ, ਇਹਨੂੰ ਅਸੀਂ ਸਮਝ ਰਹੇ ਹਾਂ, ਸਾਡੀ ਸਮਝ ਵਿੱਚ ਆ ਹੀ ਰਿਹਾ ਹੈ। ਦੂਜਾ ਹੈ ਪਾਲਣਾ ਪੋਸ਼ਣਾ ਔਰ ਖਤਮ ਕਰਨਾ ਇੱਕ ਪਲ ਲੱਗਦਾ ਹੈ। ਕਿਹੜਾ? ਹੁਣ ਅਸੀਂ ਜਿਉਂਦੇ ਤੇ ਹੈ ਆ, ਪਰ ਅਸੀਂ ਜ਼ਿੰਦਗੀ ਜੀਂਦੇ ਆ, ਮੰਨ ਲਓ ਮੈਂ ਕਿਸੇ ਬੰਦੇ ਦੇ ਕੋਈ 200-400 ਪਾਉਂਡ ਮਾਰ ਜਾਣਾ, ਮੇਰੇ ਮਨ ਅੰਦਰ ਬੇਈਮਾਨੀ ਆ ਗਈ ਤਾਂ ਮੇਰੀ ਅੰਦਰੋਂ ਮੌਤ ਹੋ ਗਈ ਨਾ। ਜ਼ਮੀਰ ਮਰਦਿਆਂ ਇੱਕ ਪਲ ਲੱਗਾ। ਮੈਂ ਕਿਸੇ ਧੀ ਭੈਣ ਵੱਲ ਮਾੜੀ ਨਜ਼ਰ ਨਾਲ ਦੇਖਦਾ, ਇੱਕ ਪਲ ਹੀ ਲੱਗਾ ਨਾ ਮੇਰੀ ਆਤਮਕ ਮੌਤ ਹੋਣ ਵਿੱਚ, ਕਿਉਂਕਿ ਸਰੀਰ ਤੇ ਜਿਉਂਦਾ ਪਰ ਅੰਦਰੋਂ ਇਨਸਾਨ ਤੇ ਮਰ ਗਿਆ ਨਾ। ਮੈਂ ਤੁਹਾਡੇ ਨਾਲ ਈਰਖਾ ਕੀਤੀ ਤਾਂ ਇੱਕ ਪਲ ਹੀ ਲੱਗਾ ਮੇਰੀ ਮੌਤ ਹੋ ਗਈ, ਅੰਦਰੋਂ ਤਾਂ ਮੈਂ ਮਰ ਗਿਆ। ਤੇ ਜੇ ਕੋਈ ਮਰਿਆ ਪਿਆ ਹੈ ਤੇ ਜੇ ਉਹ ਬੰਦਾ ਈਰਖਾ ਦੀ ਬਜਾਏ ਪਿਆਰ ਕਰਨਾ ਸ਼ੁਰੂ ਕਰ ਦੇਵੇ ਤਾਂ ਇੱਕ ਪਲ ਹੀ ਲੱਗਾ ਜਿੰਦਾ ਹੋਣ, ਇਨਸਾਨੀਅਤ ਜਿੰਦਾ ਹੋ ਗਈ। ਕਿਸੇ ਧੀ ਭੈਣ ਵਾਸਤੇ ਮਾੜਾ ਫੁਰਨਾ ਪੈਦਾ ਹੋਇਆ ਸੀ ਜਾਂ ਕਿਸੇ ਦੀ ਜ਼ਿੰਦਗੀ ਐਸੀ ਸੀ, ਪਰ ਉਹਨੇ ਸੋਚਿਆ ਕਿ ਨਹੀਂ, ਇਹ ਸਭ ਧੀਆਂ ਭੈਣਾਂ ਬਰਾਬਰ ਨੇ, ਇਹ ਮੇਰੀ ਸਾਹਮਣੇ ਜਿਹੜੀ ਔਰਤ ਹੈ ਮੇਰੀ ਬੇਟੀ ਮਾਂ ਜਾਂ ਭੈਣ ਹੈ, ਇੱਕ ਪਲ ਹੀ ਲੱਗਾ ਨਾ ਜਿੰਦਾ ਹੋਣ ਵਿੱਚ। ਤਾਂ ਆਤਮਕ ਮੌਤ ਔਰ ਆਤਮਕ ਜੀਵਨ ਇੱਕ ਪਲ ਦੇ ਅੰਦਰ ਹੀ ਹੋ ਜਾਂਦੀ। ਰੱਬ ਦੇ ਗੁਣ ਜਦੋਂ ਅੰਦਰ ਵਸਦੇ ਨੇ ਤਾਂ ਬੰਦਾ ਆਤਮਕ ਜੀਵਨ ਜੀ ਪੈਂਦਾ ਹੈ, ਤੇ ਰੱਬੀ ਗੁਣਾਂ ਨਾਲੋਂ ਜਦੋਂ ਬੰਦਾ ਟੁੱਟਦਾ ਹੈ ਇੱਕ ਪਲ ਦੇ ਅੰਦਰ ਹੀ ਉਹਦੀ ਆਤਮਕ ਮੌਤ ਹੋ ਜਾਂਦੀ ਹੈ। ਇਸਕਾ ਮੰਤਰ ਨਾ ਜਾਣੈ ਹੋਰ, ਮੰਤਰ ਦਾ ਮਤਲਬ ਮੰਤਵ, ਗੁੱਝਾ ਭੇਦ ਕਿ ਉਹਦੇ ਮਨ ਵਿੱਚ ਕੀ ਹੈ। ਉਹਦਾ ਗੁੱਝਾ ਭੇਦ ਕੋਈ ਹੋਰ ਜੀਵ ਨਹੀਂ ਜਾਣ ਸਕਦਾ, ਇਰਾਦੇ ਨੂੰ ਕੋਈ ਜੀਵ ਜਾਣ ਨਹੀਂ ਸਕਦਾ, ਯਾਨੀ ਉਹਦਾ ਅੰਤ ਨਹੀਂ ਪਾਇਆ ਜਾ ਸਕਦਾ। ਪ੍ਰਭੂ ਦੇ ਹੁਕਮ ਦਾ ਅੰਤ ਕਿਵੇਂ ਪਾ ਲਵਾਂਗੇ? ਅੰਤ ਪਾਇਆ ਹੀ ਨਹੀਂ ਜਾ ਸਕਦਾ, ਕਿਉਂਕਿ ਉਹ ਅਨੰਤ ਹੈ, ਉਹਦਾ ਅੰਤ ਪਾਇਆ ਨਹੀਂ ਜਾ ਸਕਦਾ, ਉਹਦੇ ਗੁੱਝੇ ਭੇਤ ਨੂੰ ਕੋਈ ਜਾਣ ਨਹੀਂ ਸਕਦਾ। ਆਨੰਦ ਰੂਪ ਮੰਗਲ ਸਦ ਜਾਕੈ, ਇਹਨੂੰ ਆਨੰਦ ਨਹੀਂ ਪੜਨਾ, ਆਨੰਦ, ਆਨੰਦ ਰੂਪ, ਇਥੇ ਰੂਪ ਤੇ ਥੋੜਾ ਵਿਸ਼ਰਾਮ ਲਗਾਵਾਂਗੇ। ਮੰਗਲ ਸਦ ਜਾਕੈ, ਮੰਗਲ ਦਾ ਮਤਲਬ ਖੁਸ਼ੀਆਂ। ਜਿਸ ਪ੍ਰਭੂ ਦੇ ਘਰ ਵਿੱਚ ਸਦਾ ਆਨੰਦ ਔਰ ਖੁਸ਼ੀਆਂ ਨੇ, ਰੱਬ ਦੇ ਘਰ ਵਿੱਚ ਹਮੇਸ਼ਾ ਹੀ ਖੁਸ਼ੀਆਂ ਨੇ, ਹਮੇਸ਼ਾ ਹੀ ਆਨੰਦ ਹੈ। ਆਨੰਦ ਬਾਰੇ ਅਸੀਂ ਆਨੰਦ ਸਾਹਿਬ ਜੀ ਦੀ ਪਾਵਨ ਬਾਣੀ ਵਿੱਚ ਖੁੱਲ ਕੇ ਵਿਚਾਰ ਕਰ ਰਹੇ ਹਾਂ ਕਿ ਆਨੰਦ ਕੀ ਹੈ। ਥੋੜੇ ਜਿਹੇ ਰੂਪ ਵਿੱਚ ਮੈਂ ਫਿਰ ਦੁਹਰਾ ਦਿਆਂ। ਆਨੰਦ ਮਨੁੱਖੀ ਮਨ ਦੀ ਉਸ ਅਵਸਥਾ ਦਾ ਨਾਮ ਹੈ ਜਿੱਥੇ ਜਾ ਕੇ ਇਹਦੇ ਅੰਦਰੋਂ ਵਿਕਾਰ ਸਾਰੇ ਮੁੱਕ ਜਾਂਦੇ ਨੇ, ਸ਼ੁਭ ਗੁਣ ਇਸ ਦੀ ਸੋਚ ਵਿੱਚ ਆ ਜਾਂਦੇ ਹਨ, ਇਹਦੇ ਅੰਦਰ ਗਿਆਨ ਦਾ ਦੀਵਾ ਲਟ-ਲਟ ਕਰਕੇ ਬਲਦਾ ਹੈ, ਇਹਨੂੰ ਕਾਮਨ ਸੈਂਸ, ਵਿਵੇਕ ਬੁੱਧ ਮਿਲਦੀ ਹੈ, ਠੀਕ ਔਰ ਗਲਤ ਦਾ, ਪੁੰਨ ਪਾਪ ਦਾ ਨਿਰਣਾ ਕਰਨ ਜੋਗਾ ਹੋ ਜਾਂਦਾ ਹੈ, ਹਰ ਇੱਕ ਦੇ ਅੰਦਰ ਰੱਬ ਦਾ ਨੂਰ ਜ਼ਹੂਰ ਜਲਵਾ ਨਜ਼ਰੀ ਪੈਂਦਾ ਹੈ। ਉਸ ਅਵਸਥਾ ਦਾ ਨਾਮ ਆਨੰਦ ਹੈ, ਔਰ ਰੱਬ ਦੇ ਘਰ ਦੇ ਵਿੱਚ ਹਮੇਸ਼ਾ ਹੀ ਆਨੰਦ ਹੈ, ਹਮੇਸ਼ਾ ਹੀ ਖੁਸ਼ੀਆਂ ਨੇ। ਤਾਂ ਇਹਦਾ ਮਤਲਬ ਸਾਡੀ ਜ਼ਿੰਦਗੀ ਵਿੱਚ ਵੀ ਹਮੇਸ਼ਾ ਆਨੰਦ ਹੋ ਸਕਦਾ ਹੈ, ਸਾਡੀ ਜ਼ਿੰਦਗੀ ਵਿੱਚ ਵੀ ਹਮੇਸ਼ਾ ਖੁਸ਼ੀਆਂ ਹੋ ਸਕਦੀਆਂ ਨੇ, ਕਿਉਂਕਿ ਇਹ ਜਗਤ ਰੱਬ ਦਾ ਘਰ ਹੈ। ਇਹ ਜਗ ਸੱਚੇ ਕੀ ਹੈ ਕੋਠੜੀ। ਦੂਜੀ ਗੱਲ, ਸਾਡਾ ਜੋ ਇਹ ਸਰੀਰ ਹੈ ਇਹ ਰੱਬ ਦਾ ਘਰ ਹੈ, ਹਰਮੰਦਰ ਇਹ ਸਰੀਰ ਹੈ। ਤਾਂ ਇਹਦਾ ਮਤਲਬ ਸਾਡੀ ਜ਼ਿੰਦਗੀ ਵਿੱਚ ਵੀ, ਸਾਡੇ ਸਰੀਰ ਘਰ ਵਿੱਚ ਵੀ, ਸਾਡੇ ਸੰਸਾਰ ਵਿੱਚ ਵੀ ਹਰ ਥਾਂ ਤੇ ਖੁਸ਼ੀਆਂ ਤੇ ਆਨੰਦ ਤੇ ਹੈ। ਹੁਣ ਅਸੀਂ ਸੋਚਾਂਗੇ, ਸਮਝਾਂਗੇ ਜਾਂ ਸਵਾਲ ਕਰਾਂਗੇ ਕਿ ਜੇ ਸਾਡੇ ਅੰਦਰ ਖੁਸ਼ੀਆਂ ਔਰ ਆਨੰਦ ਹੈ ਤਾਂ ਫਿਰ ਅਸੀਂ ਦੁਖੀ ਕਿਉਂ ਆ? ਅਸੀਂ ਦੁਖੀ ਕਿਉਂ ਆ? ਅਸੀਂ ਦੁਖੀ ਇਸ ਕਰਕੇ ਆ ਕਿ ਇਹਨਾਂ ਖੁਸ਼ੀਆਂ ਨੂੰ ਮਾਣ ਨਹੀਂ ਰਹੇ। ਮਾਨਣੀਆਂ ਤੇ ਪੈਣਗੀਆਂ ਨਾ।
ਹੁਣ ਗੁਰਦੁਆਰਾ ਸਾਹਿਬ ਲੰਗਰ ਤਿਆਰ ਹੈ, ਛਕਣਾ ਤੇ ਸਾਨੂੰ ਪਵੇਗਾ ਨਾ। ਪ੍ਰਬੰਧਕਾਂ ਨੇ ਤੇ ਤਿਆਰ ਕਰਾ ਦਿੱਤਾ, ਲਾਂਗਰੀ ਨੇ ਤਿਆਰ ਕਰ ਦਿੱਤਾ, ਬੀਬੀਆਂ ਭੈਣਾਂ ਨੇ ਪ੍ਰਸ਼ਾਦੇ ਪਕਾ ਦਿੱਤੇ, ਲੰਗਰ ਦੇ ਵਿੱਚ ਸੇਵਾਦਾਰ ਖੜੇ ਨੇ ਵਰਤਾਨ ਵਾਸਤੇ, ਥਾਲੀਆਂ ਗਲਾਸ ਸਭ ਕੁਝ ਤਿਆਰ ਹੈ। ਅਨਾਉਂਸ ਕਰ ਰਹੇ ਨੇ ਪ੍ਰਬੰਧਕ ਸੱਜਣ ਵੀ ਲੰਗਰ ਪ੍ਰਸ਼ਾਦਾ ਛਕ ਲੋ। ਗਿਆਨੀ ਜੀ ਨੇ ਅਨਾਉਂਸ ਵੀ ਕਰਤੀ ਹੈ ਕਿ ਪ੍ਰੋਗਰਾਮ ਤੋਂ ਬਾਅਦ ਭਾਈ ਲੰਗਰ ਪ੍ਰਸ਼ਾਦਾ ਛਕ ਕੇ ਜਾਇਓ। ਹੁਣ ਜੇ ਕੋਈ ਨਾ ਛਕਣਾ ਚਾਹੇ, ਉਹਨੂੰ ਧੱਕੇ ਨਾਲ ਨਹੀਂ ਨਾ ਛਕਾਇਆ ਜਾ ਸਕਦਾ, ਛਕਣਾ ਤੇ ਸਾਨੂੰ ਪੈਣਾ ਨਾ। ਖੁਸ਼ੀਆਂ ਤੇ ਹੈ ਨੇ ਦੁਨੀਆ ਵਿੱਚ, ਪਰ ਮੰਨਣੀਆਂ ਤੇ ਸਾਨੂੰ ਪੈਣਗੀਆਂ ਨਾ। ਅਸੀਂ ਮੰਨਣਾ ਹੀ ਨਹੀਂ ਚਾਹੁੰਦੇ, ਹੁਣ ਲੰਗਰ ਛਕਣਾ ਹੀ ਨਹੀਂ ਚਾਹੁੰਦੇ। ਸਾਡੇ ਅੰਦਰ ਦੇਖੋ ਸੱਚ, ਦਇਆ, ਧਰਮ, ਧੀਰਜ, ਗਿਆਨ, ਵਿਰਾਗ, ਨਿਮਾਨਤਾ, ਇਹ ਸਾਰੇ ਗੁਣ ਤੇ ਹੈ ਨੇ। ਤੇ ਜਦੋਂ ਇਹਨਾਂ ਗੁਣਾਂ ਨੂੰ ਵਰਤਾਂਗੇ ਤੇ ਖੁਸ਼ੀਆਂ ਵੀ ਆਉਣਗੀਆਂ। ਤੇ ਹੁਣ ਅਸੀਂ ਵਰਤ ਰਹੇ ਹਾਂ ਈਰਖਾ, ਦਵੇਸ਼, ਵੈਰ, ਵਿਰੋਧ, ਤੇ ਉਹਦੇ ਨਾਲ ਫਿਰ ਖੁਸ਼ੀਆਂ ਕਿਵੇਂ ਆਉਣ? ਅਸੀਂ ਮੰਨਣਾ ਹੀ ਨਹੀਂ ਚਾਹੁੰਦੇ। ਕਈ ਵਾਰ ਕਿਸੇ ਵਿਆਹ ਦੇ ਵਿੱਚ ਆਨੰਦ ਬਣਿਆ ਹੁੰਦਾ ਨਾ, ਕਿੰਨੀ ਖੁਸ਼ੀ ਬਣੀ ਹੁੰਦੀ ਹੈ, ਰਿਸ਼ਤੇਦਾਰ ਨੇ, ਭੈਣ ਭਰਾ ਨੇ, ਸੱਜਣ ਮਿੱਤਰ ਨੇ, ਬੜਾ ਸੋਹਣਾ ਮਾਹੌਲ ਬਣਿਆ ਹੁੰਦਾ। ਪਰ ਵਿੱਚ ਇੱਕ ਅੱਧਾ ਬੰਦਾ ਆਣ ਕੇ ਲੜ ਪੈਂਦਾ, ਕਲੇਸ਼ ਪਾ ਦਿੰਦਾ, ਦੋ ਜੀ ਲੜ ਪੈਂਦੇ ਨੇ ਆਪਸ ਚ। ਘਰ ਦਾ ਜਵਾਈ ਭਾਈ ਕੋਈ ਲੜ ਪੈਂਦਾ, ਕੋਈ ਭੂਆ ਫੁੱਫੜ ਲੜ ਪੈਂਦਾ, ਕੋਈ ਚਾਚਾ ਤਾਇਆ ਲੜ ਪੈਂਦਾ, ਤੇ ਬਣਿਆ ਬਣਾਇਆ ਆਨੰਦ ਗਵਾਚ ਗਿਆ ਨਾ, ਖੁਸ਼ੀਆਂ ਗਵਾਚ ਗਈਆਂ ਨਾ। ਸਾਰੇ ਵਿਆਹ ਦਾ ਹੀ ਜਿਹੜਾ ਸੀ ਉਹਨੇ ਸਤਿਆਨਾਸ਼ ਮਾਰਤਾ। ਇਸੇ ਤਰ੍ਹਾਂ ਇਸ ਸੰਸਾਰ ਵਿੱਚ ਤਾਂ ਖੁਸ਼ੀਆਂ ਨੇ, ਲੇਕਿਨ ਇਸ ਖੁਸ਼ੀਆਂ ਦੇ ਅੰਦਰ ਕਲੇਸ਼ ਅਸੀਂ ਆਪ ਪਾਈ ਬੈਠੇ ਹਾਂ। ਆਨੰਦ ਰੂਪ ਮੰਗਲ ਸਦ ਜਾਕੈ, ਸਰਬ ਥੋਕ ਸੁਣੀਏ ਘਰ ਤਾਂਕੈ। ਸੁਣੀਏ ਦਾ ਮਤਲਬ ਸੁਣੇ ਜਾਂਦੇ ਨੇ। ਸਰਬ ਥੋਕ, ਇੱਥੇ ਵਿਸ਼ਰਾਮ ਲਗਾਵਾਂਗੇ। ਸਰਬ ਥੋਕ ਸੁਣੀਏ ਘਰ ਤਾਂਕੈ। ਥੋਕ ਦਾ ਮਤਲਬ ਪਦਾਰਥ, ਵਸਤੂਆਂ। ਜਗਤ ਦੇ ਸਾਰੇ ਪਦਾਰਥ ਉਹਦੇ ਘਰ ਵਿੱਚ ਸੁਣੇ ਜਾਂਦੇ ਨੇ। ਸੁਣੇ ਜਾਂਦੇ ਦਾ ਮਤਲਬ ਮੌਜੂਦ ਨੇ। ਔਰ ਇਹ ਹਕੀਕਤ ਹੈ, ਜੋ ਕੁਝ ਮਨੁੱਖ ਨੂੰ ਜ਼ਿੰਦਗੀ ਜੀਣ ਲਈ ਚਾਹੀਦਾ ਹੈ, ਉਹ ਸਾਰਾ ਕੁਝ ਇੱਥੇ ਮੌਜੂਦ ਹੈ। ਅੰਨ ਇੱਥੇ ਪੈਦਾ ਹੋ ਰਿਹਾ ਹੈ, ਫਲ ਫੁੱਲ ਸਬਜ਼ੀਆਂ ਇੱਥੇ ਪੈਦਾ ਹੋ ਰਹੀਆਂ ਨੇ, ਨਦੀਆਂ ਨਾਲੇ ਝੀਲਾਂ ਦਰਿਆ ਇੱਥੇ ਹੈ, ਹਵਾ ਹੈ, ਪੌਣ ਹੈ, ਪਾਣੀ ਹੈ, ਬੈਸੰਤਰ ਹੈ, ਇਹ ਸਾਡੀਆਂ ਲੋੜਾਂ ਨੇ। ਸੂਰਜ ਚੰਦਰਮਾ ਸਾਰਾ ਕੁਝ ਮੌਜੂਦ ਹੈ। ਇਹਨਾਂ ਲੋੜਾਂ ਤੋਂ ਇਲਾਵਾ ਜਿਹੜੀਆਂ ਅਸਾਂ ਹੋਰ ਲੋੜਾਂ ਬਣਾ ਲਈਆਂ ਨੇ, ਉਹ ਵੀ ਇੱਥੇ ਮੌਜੂਦ ਨੇ। ਹਾਲਾਂਕਿ ਸੋਨਾ ਵਗੈਰਾ ਪਾਉਣ ਦੀ ਸਾਨੂੰ ਲੋੜ ਨਹੀਂ ਹੈ, ਪਰ ਲੋਕ ਵਰਤਦੇ ਨੇ। ਤਾਂ ਜੇ ਵਰਤਦੇ ਨੇ ਤਾਂ ਸੋਨਾ, ਚਾਂਦੀ, ਅਬਰਕ, ਪੈਟਰੋਲੀਅਮ ਪਦਾਰਥ, ਲਵਣੀਏ ਪਦਾਰਥ, ਛਾਰੀਏ ਪਦਾਰਥ, ਤੈਲੀਏ ਪਦਾਰਥ, ਕਿੰਨਾ ਕੁਛ ਧਰਤੀ ਦੇ ਵਿੱਚ ਮੌਜੂਦ ਹੈ। ਫਿਰ ਅਨੰਤ ਵੱਡਾ ਬ੍ਰਹਿਮੰਡ ਹੈ, ਸਾਰੀਆਂ ਚੀਜ਼ਾਂ ਨੇ। ਜੋ ਕੁਝ ਖੁਸ਼ੀ ਵਾਸਤੇ ਚਾਹੀਦਾ ਹੈ, ਲੋੜ ਵਾਸਤੇ, ਜੀਣ ਵਾਸਤੇ, ਹਰ ਸ਼ੈ ਮੌਜੂਦ ਹੈ। ਸਰਬ ਥੋਕ ਸੁਣੀਏ ਘਰ ਤਾਕੈ। ਤੇ ਉਹ ਰੱਬ ਆਪ ਸਰਬ ਵਿਆਪਕ, ਹੁਣ ਉਹਦੀ ਸਰਬ ਵਿਆਪਕਤਾ ਦਰਸਾ ਰਹੇ ਨੇ। ਰਾਜ ਮਹਿਰਾਜ, ਜੋਗ ਮੈਂ ਜੋਗੀ। ਰਾਜਿਆਂ ਵਿੱਚ ਪ੍ਰਭੂ ਰਾਜਾ ਹੈ ਤੇ ਜੋਗੀਆਂ ਦੇ ਵਿੱਚ ਜੋਗੀ ਹੈ। ਯਾਨੀ ਰਾਜਿਆਂ ਦੇ ਵਿੱਚ ਮਹਾਨ ਰਾਜਾ ਰੱਬ ਹੀ ਹੈ, ਔਰ ਜੋਗੀਆਂ ਦੇ ਵਿੱਚੋਂ ਮਹਾਨ ਵੱਡਾ ਜੋਗੀ ਹੈ। ਭਾਵ ਰੱਬ ਤੋਂ ਵੱਡਾ ਕੋਈ ਰਾਜਾ ਨਹੀਂ, ਰੱਬ ਤੋਂ ਵੱਡਾ ਕੋਈ ਜੋਗੀ ਨਹੀਂ। ਤੇ ਫਿਰ ਦੂਜੀ ਗੱਲ ਹੈ, ਉਹ ਆਪ ਹੀ ਇਹ ਸਾਰਿਆਂ ਦੇ ਵਿੱਚ ਰਾਜੇ ਜੋਗੀ ਸਾਰੇ ਉਹਦੀ ਸੱਤਿਆ ਕਰਕੇ ਚੱਲ ਰਹੇ ਨੇ। ਤਾਂ ਰਾਜ ਮੈਂ ਰਾਜ, ਜੋਗ ਮੈਂ ਜੋਗੀ ਦਾ ਮਤਲਬ ਰਾਜਿਆਂ ਦੇ ਵਿੱਚ ਸਭ ਤੋਂ ਵੱਡਾ ਰਾਜਾ ਉਹ ਹੈ, ਤੇ ਜੋਗੀਆਂ ਦੇ ਵਿੱਚ ਸਭ ਤੋਂ ਵੱਡਾ ਜੋਗੀ ਉਹ ਹੈ। ਉਹਦੇ ਤੋਂ ਮਹਾਨ ਨਾ ਕੋਈ ਜੋਗੀ ਹੈ, ਨਾ ਕੋਈ ਰਾਜਾ ਹੈ। ਤਾਂ ਇਹਦਾ ਮਤਲਬ ਸਾਨੂੰ ਰੱਬੀ ਰਜਾ ਦੇ ਵਿੱਚ ਤੁਰਨਾ ਚਾਹੀਦਾ ਹੈ। ਨਾ ਕੋਈ ਰਾਜਾ, ਨਾ ਕੋਈ ਜੋਗੀ। ਰੱਬ ਦੇ ਸਿਸਟਮ ਨੂੰ ਕੋਈ ਨਹੀਂ ਬਦਲ ਸਕਦਾ। ਤਪੀਸਰ ਗ੍ਰਸਤ ਮੈਂ ਭੋਗੀ। ਤਪੀਆਂ ਵਿੱਚ ਵੱਡਾ ਤਪੀ ਤੇ ਗ੍ਰਸਤੀਆਂ ਦੇ ਵਿੱਚ ਆਪ ਗ੍ਰਸਤੀ ਹੈ। ਨਾ ਕੋਈ ਤਪੀ ਰੱਬ ਦੇ ਨਾਲੋਂ ਵੱਡਾ ਹੈ ਤੇ ਨਾ ਕੋਈ ਗ੍ਰਸਤੀ ਰੱਬ ਦੇ ਨਾਲੋਂ ਵੱਡਾ ਹੈ। ਗ੍ਰਸਤੀਆਂ ਵਿੱਚ ਵੱਡਾ ਗ੍ਰਸਤੀ ਹੈ। ਹੁਣ ਦੇਖੋ ਸਾਡਾ ਗ੍ਰਸਤ ਕਿੰਨਾ ਕੁ ਹੈ। ਪਤਨੀ, ਬੱਚੇ, ਕਿਸ ਦੇ 2 ਨੇ, ਕਿਸ ਦੇ 4 ਨੇ। ਤੇ ਯੂਪੀ ਦੇ ਵਿੱਚ ਕਈ ਲੋਕਾਂ ਦੇ ਜ਼ਿਆਦੇ ਵੀ ਨੇ, 8-10 ਵੀ ਹੋ ਸਕਦੇ ਨੇ ਕਿਸੇ ਦੇ। ਪਹਿਲੋਂ 8-10 ਵੀ ਹੁੰਦੇ ਸਨ। ਯਾਨੀ 2, 3, 4, 5 ਜਿੰਨੇ ਵੀ ਬੱਚੇ ਨੇ, ਪਤਨੀ ਹੈ, ਭੈਣ ਭਰਾ ਨੇ, ਇਹੀ ਹੈ ਨਾ ਗ੍ਰਸਤ ਸਾਡਾ ਪਰਿਵਾਰ। ਇੰਨਾ ਕੀ ਹੈ। ਚਾਚੇ ਤਾਏ, ਨਾਨਕੇ, ਦਾਦਕੇ, ਉਹਨਾਂ ਨੂੰ ਵੀ ਜੇ ਲਾ ਲਓ
ਹਾਲਾਂਕਿ ਉਹ ਆਉਂਦੇ ਨਹੀਂ ਪਰਿਵਾਰ ਵਿੱਚ ਤਾਂ ਪਤੀ ਪਤਨੀ ਔਰ ਜੋ ਮਾਂ-ਬਾਪ ਨੇ, ਭੈਣ ਭਰਾ ਨੇ, ਉਹ ਹੀ ਆਣਗੇ। ਤੇ ਜੇ ਅਸੀਂ ਲਾਭ ਵੀ ਲਵੀਏ ਨਾਨਕੇ ਦਾਦਕੇ, ਤਾਂ ਵੀ ਕਿੰਨਾ ਕੁ ਪਰਿਵਾਰ ਹੋਏਗਾ? 100-200 ਮੈਂਬਰ ਹੋਣਗੇ, 400 ਹੋਣਗੇ ਰਿਸ਼ਤੇਦਾਰ ਕਿਸੇ ਦੇ। ਤੇ ਰੱਬ ਦਾ ਕਿੱਡਾ ਵੱਡਾ ਪਰਿਵਾਰ ਹੈ। ਏਕ ਪਿਤਾ ਏਕਸ ਕੇ ਹਮ ਬਾਰੇ, ਇੱਕ ਸਾਰੇ ਜੀਵ ਜੰਤੂ ਦਾ ਪਰਿਵਾਰ ਹੀ ਹੈ ਨਾ। ਅਖੰਡ ਮੰਡਲ ਬ੍ਰਹਿਮੰਡ ਸਾਰਾ ਉਹਦਾ ਪਰਿਵਾਰ ਹੀ ਹੈ। ਤੇ ਤਪੀਸ਼ਰ ਜਿਹੜਾ ਹੈ ਕਿੰਨਾ ਸਮਾਧੀ ਲਾ ਲੇਗਾ, ਕਿੰਨਾ ਕੁ ਚਿਰ ਉਹ ਸ਼ਾਂਤ ਰਹਿ ਲੇਗਾ, ਕਿੱਥੇ? ਤੇ ਰੱਬ ਤੇ ਹਰ ਥਾਂ ਦੇ ਉੱਤੇ ਸਮਾਇਆ ਹੀ ਹੋਇਆ ਹੈ। ਯਾਨੀ ਕੋਈ ਤਪੀ, ਕੋਈ ਗ੍ਰਸਤੀ ਉਸ ਰੱਬ ਤੋਂ ਵੱਡਾ ਨਹੀਂ। ਇਹ ਸਾਰੇ ਤਪੀ ਤਪੀਸ਼ਰ ਜੋ ਵੀ ਗ੍ਰਸਤੀ ਆਦਿਕ ਨੇ, ਉਸ ਰੱਬੀ ਰਜ਼ਾ ਦੇ ਵਿੱਚ ਹੀ ਨੇ। ਧਿਆਏ ਧਿਆਏ ਭਗਤ ਹੈ ਸੁਖ ਪਾਇਆ। ਧਿਆਏ ਧਿਆਏ ਦਾ ਮਤਲਬ ਉਹਨੂੰ ਆਪਣੇ ਧਿਆਨ ਵਿੱਚ ਰੱਖ ਕੇ। ਭਗਤੇ ਦਾ ਮਤਲਬ ਜਿਹੜੇ ਭਗਤ ਨੇ, ਜੋ ਰੱਬੀ ਰਜ਼ਾ ਵਿੱਚ ਤੁਰਦੇ ਨੇ। ਭਗਤ ਕੌਣ ਨੇ? ਜਿਹੜੇ ਉਹਦੀ ਰਜ਼ਾ ਵਿੱਚ ਤੁਰਦੇ ਨੇ, ਜੋ ਰੱਬ ਦੇ ਗੁਣਾਂ ਨੂੰ ਗਾਉਂਦੇ ਨੇ, ਜੋ ਰੱਬ ਦੀ ਸਿਫਤ ਸਲਾਹ ਕਰਦੇ ਨੇ, ਜਿਨ੍ਹਾਂ ਨੇ ਰੱਬੀ ਰਜ਼ਾ ਨੂੰ ਆਪਣੇ ਧਿਆਨ ਵਿੱਚ ਵਸਾਇਆ ਹੈ। ਤਾਂ ਜਿਹੜੇ ਰੱਬ ਦੇ ਪਿਆਰੇ ਨੇ, ਉਹਨਾਂ ਨੇ ਰੱਬੀ ਯਾਦ ਦੇ ਅੰਦਰ ਰਹਿ ਕੇ ਸੁਖ ਪਾਇਆ। ਯਾਨੀ ਚਾਹੇ ਕੋਈ ਰਾਜਾ ਹੈ ਜਾਂ ਗ੍ਰਸਤੀ ਹੈ ਜਾਂ ਕੋਈ ਤਪੀਸ਼ਰ ਹੈ, ਜੇ ਬੰਦਾ ਇਹਨਾਂ ਸਾਰਿਆਂ ਦੇ ਵਿੱਚੋਂ ਰੱਬੀ ਹੁਕਮ ਦੇ ਅੰਦਰ ਤੁਰੇਗਾ, ਉਹਦੀ ਜ਼ਿੰਦਗੀ ਵਿੱਚ ਸੁਖ ਹੋਏਗਾ। ਤੇ ਜੇ ਕੋਈ ਇਹ ਚਾਹੇ ਕਿ ਮੈਂ ਰੱਬੀ ਰਜ਼ਾ ਭਾਣੇ ਮੁਤਾਬਕ ਨਾ ਤੁਰਾਂ ਤੇ ਜੀਵਨ ਦੇ ਅੰਦਰ ਸ਼ਾਂਤੀ ਆ ਜਾਏ, ਐਸਾ ਨਹੀਂ ਹੋਣਾ। ਬੇਸ਼ੱਕ ਬਾਦਸ਼ਾਹ ਵੀ ਹੈ, ਜਿਹੜਾ ਮਰਜ਼ੀ ਵੱਡਾ ਬਾਦਸ਼ਾਹ ਹੈ, ਜੇ ਉਹ ਚਾਹੇ ਮੈਂ ਕਾਰਬਨ ਮੋਨੋਆਕਸਾਈਡ ਨਾਲ ਜ਼ਿੰਦਾ ਰਹਿਣਾ ਹੈ ਤਾਂ ਕੀ ਰਹਿ ਸਕੇਗਾ? ਜੇ ਉਹ ਸਮੁੰਦਰ ਵਿੱਚ ਜਾ ਛਾਲ ਮਾਰੇ ਵੀ ਇੱਥੇ ਮੱਛੀਆਂ ਵੀ ਤੇ ਹੈ ਨੇ, ਮੱਛੀਆਂ ਦੀ ਤਰ੍ਹਾਂ ਮੈਂ ਰਵਾਂਗਾ, ਮੈਂ ਬਾਦਸ਼ਾਹ, ਮੈਂ ਥੋੜਾ ਡੁੱਬਣਾ ਹੈ, ਡੁੱਬੇਗਾ ਨਾ। ਬਾਦਸ਼ਾਹ ਹੋਵੇ ਜਾਂ ਕੋਈ ਹੋਵੇ, ਸਮੁੰਦਰ ਛਾਲ ਮਾਰੇਗਾ, ਡੁੱਬੇਗਾ ਹੀ ਨਾ। ਯਾਨੀ ਜੇ ਕੋਈ ਪੁੱਠੇ ਕੰਮ ਕਰੇਗਾ ਤਾਂ ਉਹਦੀ ਜ਼ਿੰਦਗੀ ਅੰਦਰ ਸ਼ਾਂਤੀ ਨਹੀਂ ਆਏਗੀ। ਇਸ ਲਈ ਜਿਹੜੇ ਰੱਬ ਦੇ ਪਿਆਰੇ ਨੇ, ਭਗਤ ਉਹੀ ਨੇ, ਸੁਖ ਉਹਨਾਂ ਦੀ ਜ਼ਿੰਦਗੀ ਵਿੱਚ ਹੈ, ਜਿਨ੍ਹਾਂ ਨੇ ਆਪਣੇ ਧਿਆਨ ਵਿੱਚ ਰੱਬੀ ਗੁਣਾਂ ਨੂੰ ਵਸਾਇਆ ਹੈ, ਜੋ ਰੱਬ ਦੇ ਸਿਸਟਮ ਨੂੰ, ਹੁਕਮ ਨੂੰ ਫੋਲੋ ਕਰਦੇ ਨੇ, ਉਹਨਾਂ ਨੂੰ ਅਸੀਂ ਭਗਤ ਕਹਿ ਸਕਦੇ ਹਾਂ। ਉਹਨਾਂ ਦੀ ਜ਼ਿੰਦਗੀ ਵਿੱਚ ਹੀ ਸੁਖ ਹੈ। ਤੇ ਸੁਖਮਨੀ ਸਾਹਿਬ ਜੀ ਦੀ ਪਾਵਨ ਬਾਣੀ ਦਾ ਮਕਸਦ, ਕੇਂਦਰੀ ਭਾਵ ਵੀ ਇਹੀ ਹੈ। ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਨਾਮ ਦਾ ਮਤਲਬ ਹੁਕਮ। ਸਾਰੇ ਸੁੱਖਾਂ ਦਾ ਮੂਲ ਰੱਬ ਦਾ ਹੁਕਮ ਹੈ। ਭਗਤ ਜਨਾ ਕੇ ਮਨ ਵਿਸਰਾਮ। ਨਾਨਕ ਇੱਥੇ ਵਿਸਰਾਮ ਲਗਾਣਾ ਹੈ। ਤਿਸ ਪੁਰਖ ਕਾ ਕਿਨੈ ਅੰਤ ਨਾ ਪਾਇਆ। ਇੱਥੇ ਪੁਰਖ ਦੇ ਕੱਕੇ ਥੱਲੇ, ਖੱਖੇ ਥੱਲੇ ਔਂਕੜ ਚਾਹੀਦਾ, ਲੇਕਿਨ ਨਹੀਂ ਹੈ, ਕਿਉਂਕਿ ਕਾ ਸ਼ਬਦ ਸੰਬੰਧ ਕੀ ਆ ਗਿਆ। ਕਾ ਸ਼ਬਦ ਸੰਬੰਧ ਕੀ ਕਰਕੇ ਪੁਰਖ ਦੇ ਖੱਖੇ ਦਾ ਔਂਕੜ ਹਟਾ ਦਿੱਤਾ ਗਿਆ। ਇਹ ਪੁਰਖ ਬਹੁਵਚਨੀ ਨਹੀਂ ਹੈ, ਸਿੰਗੂਲਰ ਹੈ। ਕਾ ਕਰਕੇ ਔਂਕੜ ਹਟਿਆ ਹੈ। ਨਾਨਕ ਤਿਸ ਪੁਰਖ ਕਾ ਕਿਨੇ ਅੰਤ ਨਾ ਪਾਇਆ। ਪੁਰਖ ਦਾ ਮਤਲਬ ਜੋ ਰਮਿਆ ਹੋਇਆ ਹੈ, ਜਰਰੇ ਜਰਰੇ ਵਿੱਚ ਸਮਾਇਆ ਹੋਇਆ ਹੈ। ਕਿਸੇ ਵੀ ਜੀਵ ਨੇ ਅਕਾਲ ਪੁਰਖ ਦਾ ਅੰਤ ਨਹੀਂ ਲੱਭਾ। ਰੱਬ ਦਾ ਅੰਤ ਨਹੀਂ ਲੱਭਿਆ ਜਾ ਸਕਦਾ। ਉਹ ਅਨੰਤ ਹੈ, ਯਾਨੀ ਇਸ ਸੰਸਾਰ ਦੇ ਅੰਦਰ ਅਨੰਤਤਾ ਹੈ ਔਰ ਅਨੰਤ ਸੰਭਾਵਨਾਵਾਂ ਨੇ। ਸਾਡੇ ਅੰਦਰ ਅਨੰਤ ਸੰਭਾਵਨਾਵਾਂ ਨੇ, ਸੁਖੀ ਔਰ ਸ਼ਾਂਤ ਹੋਣ ਦੀਆਂ, ਆਪਣੇ ਗੁਣਾਂ ਨੂੰ ਵਿਸਥਾਰ ਦੇਣ ਦੀਆਂ, ਮਹਾਨਤਾ ਦੀਆਂ। ਅੰਤ ਨਹੀਂ ਲੱਭਿਆ ਰੱਬ ਦਾ ਕਦੇ ਵੀ। ਕਿਸੇ ਨੇ ਉਹਦੇ ਹੁਕਮ ਦੇ ਅੰਦਰ ਹੀ ਤੁਰਿਆ ਜਾ ਸਕਦਾ ਹੈ। ਜਾ ਕੀ ਲੀਲਾ ਕੀ ਮਿਤ ਨਾਹੀਂ। ਇੱਥੇ ਕੀ ਤੇ ਵਿਸ਼ਰਾਮ ਲਾਵਾਂਗੇ। ਜਾ ਕੀ ਲੀਲਾ ਕੀ ਮਿਤ ਨਾਹੀਂ। ਬਹੁਤੇ ਪੜ੍ਹਦੇ ਨੇ ਵੀਰ ਕਹਿਣਾ ਜਾ ਕੀ ਲੀਲਾ ਕੀ ਮਿਤ ਨਾਹੀਂ। ਕੀ ਤੇ ਵਿਸ਼ਰਾਮ ਲਗਾਣਾ ਹੈ। ਜਾ ਕੀ ਲੀਲਾ ਕੀ ਮਿਤ ਨਾਹੀਂ। ਮਿਤ ਦਾ ਮਤਲਬ ਅੰਦਾਜ਼ਾ, ਹੱਦ ਜਾਂ ਮਿਣਤੀ। ਲੀਲਾ ਦਾ ਮਤਲਬ ਜਗਤ ਰੂਪੀ ਖੇਡ, ਸੰਸਾਰ। ਆ ਜਗਤ ਇੱਕ ਖੇਡ ਹੈ। ਤਾਂ ਜਿਸ ਪ੍ਰਭੂ ਦੀ ਜਗਤ ਖੇਡ ਦਾ ਲੇਖਾ ਕੋਈ ਨਹੀਂ ਲਾ ਸਕਦਾ, ਅੰਦਾਜ਼ਾ ਕੋਈ ਨਹੀਂ ਲਾ ਸਕਦਾ। ਇਹ ਜਗਤ ਇੱਕ ਖੇਲ ਹੈ, ਰਚਨਾ ਹੈ। ਤੇ ਇਸ ਰਚਨਾ ਦਾ, ਸੰਸਾਰ ਦਾ ਕੀ ਅੰਦਾਜ਼ਾ ਲਾਓਗੇ? ਕਿੰਨਾ ਕੁ ਵੱਡਾ ਹੋਣਾ ਹੈ, ਧਰਤੀ ਵਿੱਚ ਕਿੰਨਾ ਕੁ ਭਾਰ ਹੋਣਾ ਹੈ, ਜਾਂ ਚੰਦਰਮਾ ਵਿੱਚ ਕੀ ਕਿੰਨਾ ਹੈ, ਜਾਂ ਪੂਰੀ ਸ੍ਰਿਸ਼ਟੀ ਜਿਹੜੀ ਹੈ, ਸਾਰੀ ਦੀ ਸਾਰੀ ਸ੍ਰਿਸ਼ਟੀ ਦਾ ਕੀ ਅੰਦਾਜ਼ਾ ਲਾਓਗੇ ਕਿ ਕਿੰਨਾ ਵੱਡਾ ਸੰਸਾਰ ਹੈ? ਅੰਦਾਜ਼ਾ ਨਹੀਂ ਨਾ ਲਾਇਆ ਜਾ ਸਕਦਾ, ਅੰਤ ਨਹੀਂ ਪਾਇਆ ਜਾ ਸਕਦਾ। ਸਗਲ ਦੇਵ ਹਾਰੇ ਅਵਗਾਹੇ। ਅਵਗਾਹੇ ਦਾ ਮਤਲਬ ਖੋਜ ਖੋਜ ਕੇ। ਹਾਰੇ ਦਾ ਮਤਲਬ ਹਾਰ ਗਏ, ਚੁੱਭੀਆਂ ਲਾ ਲਾ ਕੇ, ਖੋਜ ਖੋਜ ਕੇ।
ਸਗਲ ਦਾ ਮਤਲਬ ਸਾਰੀ ਸ੍ਰਿਸ਼ਟੀ। ਤਾਂ ਗੁਰੂ ਜੀ ਕਹਿੰਦੇ ਨੇ ਉਹਨੂੰ ਖੋਜ ਖੋਜ ਕੇ ਸਾਰੇ ਦੇਵਤੇ ਵੀ ਥੱਕ ਗਏ, ਕਿਉਂਕਿ ਮੰਨੇ ਨੇ ਨਾ ਦੇਵਤੇ 33 ਕਰੋੜ ਦੇਵਤੇ, ਔਰ 33 ਕਰੋੜ ਤੋਂ ਵੱਧ ਵੀ। 33 ਕਰੋੜ ਤੇ ਆਮ ਅਸੀਂ ਗਿਣਤੀ ਕਹਿੰਦੇ ਆ ਨਾ ਵੀ 33 ਕਰੋੜ ਨੇ, ਇਹ ਮਨੌਤ ਹੈ ਇੱਕ। ਗੁਰੂ ਜੀ ਕਹਿੰਦੇ ਨੇ 33 ਕਰੋੜ ਦੇਵਤੇ ਵੀ, ਹੋਰ ਵੀ ਅਰਬਾਂ ਖਰਬਾਂ ਦੇਵਤੇ ਵੀ ਆ ਜਾਣ ਤਾਂ ਉਹਦਾ ਅੰਤ ਥੋੜੀ ਪੈ ਸਕਦਾ ਹੈ। ਉਹਨੂੰ ਖੋਜ ਖੋਜ ਕੇ ਦੇਵਤੇ ਵੀ ਥੱਕ ਗਏ, ਲੇਕਿਨ ਉਹਦਾ ਅੰਤ ਨਹੀਂ ਪਾ ਸਕੇ। ਦੇਵਤੇ ਵੀ ਸ੍ਰਿਸ਼ਟੀ ਦੇ ਨੇਮਾਂ ਤੋਂ ਉਲਟ ਕੁਛ ਨਹੀਂ ਕਰ ਸਕਦੇ। ਜੇ ਅੰਤ ਪਾਣਾ ਚਾਹਣ ਕਿ ਮੈਂ ਅੰਤ ਪਾ ਲਿਆ ਵੀ ਇੱਥੇ ਸ੍ਰਿਸ਼ਟੀ ਸ਼ੁਰੂ ਹੁੰਦੀ ਹੈ ਇੱਥੋਂ ਖਤਮ ਹੁੰਦੀ ਹੈ, ਐਸਾ ਕਦੇ ਹੋਣਾ ਨਹੀਂ। ਔਰ ਕੋਈ ਵੀ ਦੇਵੀ ਦੇਵਤਾ ਜਿਹੜਾ ਹੈ ਉਹ ਕੁਦਰਤ ਦੇ ਨੇਮਾਂ ਨੂੰ ਨਹੀਂ ਬਦਲ ਸਕਦਾ, ਹੁਕਮ ਤੋਂ ਉਲਟ ਨਹੀਂ ਕੁਛ ਕਰ ਸਕਦਾ। ਹਾਂ, ਇਹ ਸਾਡੀਆਂ ਮਨੌਤਾਂ ਨੇ, ਸਾਡੀਆਂ ਬੇਸਮਝੀਆਂ ਨੇ, ਜਿਹੜੀਆਂ ਅਸੀਂ ਦੇਵਤਿਆਂ ਦੇ ਨਾਲ ਜੋੜ ਦਿੱਤੀਆਂ ਨੇ ਕਹਾਣੀਆਂ ਕਿ ਉਹਨੇ ਇਹ ਕਰ ਦਿੱਤਾ, ਉਹਨੇ ਉਹ ਕਰ ਦਿੱਤਾ। ਐਸਾ ਕਦੇ ਹੁੰਦਾ ਨਹੀਂ ਵੀ ਕੰਨ ਦੇ ਵਿੱਚੋਂ ਬੰਦਾ ਪੈਦਾ ਹੋ ਜਾਏ, ਜਾਂ ਮੂੰਹ ਚੋਂ ਬੱਚਾ ਪੈਦਾ ਹੋਵੇ, ਬਾਹਾਂ ਚੋਂ ਬੱਚਾ ਪੈਦਾ ਹੋਵੇ। ਇਹ ਸਾਡੀਆਂ ਮਨੌਤਾਂ ਨੇ, ਮੈਥੋਲੋਜੀ ਹੈ। ਲੇਕਿਨ ਰੱਬੀ ਰਜਾ ਦੇ ਅੰਦਰ ਸਾਰਾ ਕੁਝ, ਰੱਬ ਦੀ ਰਜਾ ਦਾ ਅੰਤ ਨਹੀਂ ਪਾਇਆ ਜਾਂਦਾ। ਪਿਤਾ ਕਾ ਜਨਮ, ਇੱਥੇ ਵਿਸ਼ਰਾਮ ਲਾਵਾਂਗੇ ਕਿ ਜਾਣੈ ਪੂਤ। ਪਿਓ ਦਾ ਜਨਮ ਪੁੱਤਰ ਕੀ ਜਾਣ ਸਕਦਾ ਹੈ? ਹੁਣ ਦੇਖੋ, ਮੈਨੂੰ ਆਪਣੇ ਪਿਓ ਦੀ ਡੇਟ ਆਫ ਬਰਥ ਦਾ ਕੀ ਪਤਾ ਹੈ? ਮੈਨੂੰ ਤੇ ਆਪਣੀ ਦਾ ਨਹੀਂ ਪਤਾ। ਸਾਨੂੰ ਆਪਣੀ ਡੇਟ ਆਫ ਬਰਥ ਦਾ ਪਤਾ ਥੋੜਾ ਹੈ। ਹੁਣ ਅਸੀਂ ਕਹਾਂਗੇ ਸਾਨੂੰ ਤੇ ਪਤਾ ਹੈ, ਹਾਂ ਬਿਲਕੁਲ ਪਤਾ ਹੈ, ਪਰ ਸਾਨੂੰ ਦੱਸਿਆ ਗਿਆ ਹੈ ਨਾ ਕਿ ਤੁਸੀਂ ਇਸ ਤਰੀਕ ਨੂੰ ਜੰਮੇ ਸੀ। ਜੇ ਤੁਹਾਨੂੰ ਕੋਈ ਨਾ ਦੱਸੇ ਤਾਂ ਆਪਣੀ ਡੇਟ ਆਫ ਬਰਥ ਦਾ ਅੰਦਾਜ਼ਾ ਕਿਵੇਂ ਲਾਓਗੇ? ਨਹੀਂ ਪਤਾ ਨਾ, ਸਾਨੂੰ ਤੇ ਆਪਣੀ ਦਾ ਨਹੀਂ ਪਤਾ, ਤੇ ਪਿਓ ਦੇ ਡੇਟ ਆਫ ਬਰਥ ਦਾ ਕੀ ਪਤਾ ਹੋਣਾ? ਤਾਂ ਗੁਰੂ ਜੀ ਕਹਿੰਦੇ ਨੇ ਪਿਓ ਦਾ ਜਨਮ ਪੁੱਤਰ ਕੀ ਜਾਣ ਸਕਦਾ ਹੈ। ਤਾਂ ਅਸੀਂ ਬੱਚੇ ਰੱਬ ਦੀ ਇਸ ਕਾਇਨਾਤ ਬਾਰੇ ਕਿਵੇਂ ਜਾਣ ਸਕਦੇ ਹਾਂ ਕਿ ਰੱਬ ਕਦੋਂ ਪੈਦਾ ਹੋਇਆ, ਕਿਵੇਂ ਪੈਦਾ ਹੋਇਆ? ਉਹਦਾ ਅੰਦਾਜ਼ਾ ਕੀ ਲਗਾਓਗੇ? ਉਹਦੇ ਜਨਮ ਬਾਰੇ, ਉਹਦੀ ਪੈਦਾਇਸ਼ ਬਾਰੇ ਕੀ ਅੰਦਾਜ਼ਾ ਲਾਓਗੇ? ਉਹ ਸਾਰੇ ਅੰਦਾਜ਼ੇ ਵਿਅਰਥ ਹੋਣਗੇ। ਇਹ ਨਹੀਂ ਕਿਹਾ ਜਾ ਸਕਦਾ ਕਿ ਉਹ ਫਲਾਣੀ ਤਰੀਕ ਨੂੰ ਰੱਬ ਪੈਦਾ ਹੋਇਆ ਸੀ, ਸਗੋਂ ਉਹ ਆਪਣੇ ਬਾਰੇ ਆਪ ਹੀ ਜਾਣਦਾ। ਸੈਭੰ ਇਸੇ ਕਰਕੇ ਹੈ ਸੁੱਤੇ ਪ੍ਰਕਾਸ਼, ਆਪਣੇ ਆਪ ਤੋਂ ਆਪ ਤੇ ਆਪਣੇ ਆਪ ਨੂੰ ਆਪ ਹੀ ਜਾਣਦਾ। ਕਦੋਂ ਇਹ ਸ੍ਰਿਸ਼ਟੀ ਰਚੀ, ਉਦੋਂ ਕਿਹੜਾ ਦਿਨ ਸੀ, ਕਿਹੜੀ ਥੇਤ ਸੀ, ਕਿਹੜਾ ਵਾਰ ਸੀ, ਰੁੱਤ ਮਹਾ ਕੀ ਸੀ, ਕੋਈ ਨਹੀਂ ਜਾਣ ਸਕਦਾ। ਸਗੋਂ ਜਾ ਕਰਤਾ ਸਿਰ ਠੀਕ ਹੋ ਸਾਜੇ, ਆਪੇ ਜਾਣੇ ਸੋਈ, ਯਾਨੀ ਉਹਦਾ ਅੰਤ ਨਹੀਂ ਜਾਣਿਆ ਜਾਂਦਾ। ਸਗਲ ਪਰੋਈ ਆਪਣੇ ਸੂਤ, ਇੱਥੇ ਪਰੋਈ ਤੇ ਵਿਸ਼ਰਾਮ ਲਾਵਾਂਗੇ ਤੇ ਆਪਣੇ ਨਹੀਂ ਪੜਾਂਗੇ। ਪੱਪੇ ਥੱਲੇ ਥੋੜਾ ਜਿਹਾ ਔਂਕੜ ਦੀ ਆਵਾਜ਼ ਆਏਗੀ। ਅਪੂਨੇ ਵੀ ਨਹੀਂ ਪੜਨਾ ਕਿ ਔਂਕੜ ਜਿਹੜਾ ਹੈ ਦੁਲੈਂਕੜ ਬੁੱਲ ਜਾਏ, ਤੇ ਆਪਣੇ ਵੀ ਨਹੀਂ ਬੋਲਣਾ ਕਿ ਔਂਕੜ ਛੁੱਟ ਜਾਏ, ਤੇ ਆਪਣੇ ਵੀ ਨਹੀਂ ਬੋਲਣਾ ਕਿਉਂਕਿ ਲਾਂ ਹੈ, ਲਾਂ ਬੁਲੇ ਦੁਲਾਵਾਂ ਨੇ, ਦੁਲਾਵਾਂ ਬੋਲਣੀਆਂ ਨੇ। ਆਪਣੇ ਸਗਲ ਪਰੋਈ ਆਪਣੇ ਸੂਤ, ਸੂਤ ਦਾ ਮਤਲਬ ਸੂਤਰ ਵਿੱਚ। ਸਾਰੀ ਰਚਨਾ ਨੇਮ ਰੂਪ ਸੂਤਰ ਦੇ ਵਿੱਚ ਬੰਨੀ ਹੋਈ ਹੈ, ਪਰੋਈ ਹੋਈ ਹੈ। ਜਿਵੇਂ ਮਣਕੇ ਮਾਲਾ ਦੇ ਧਾਗੇ ਵਿੱਚ ਪਰੋਏ ਹੁੰਦੇ ਨੇ ਨਾ, ਸਾਰੀ ਰਚਨਾ ਪ੍ਰਭੂ ਨੇ ਆਪਣੇ ਹੁਕਮ ਰੂਪ ਸੂਤਰ ਵਿੱਚ ਪਰੋਈ ਹੋਈ ਹੈ। ਜਿਵੇਂ ਮਾਲਾ ਦਾ ਮਣਕੇ ਜਿਹੜੇ ਨੇ ਸੂਤਰ ਦੇ ਵਿੱਚ ਪਰੁੱਚੇ ਹੁੰਦੇ ਨੇ, ਐਵੇਂ ਸਾਰੀ ਸ੍ਰਿਸ਼ਟੀ ਨੂੰ ਹੁਕਮ ਰੂਪੀ ਸੂਤਰ ਵਿੱਚ ਪਰੋਇਆ ਹੋਇਆ ਹੈ। ਜਦੋਂ ਸੂਤਰ ਨੂੰ ਤੋੜੋਗੇ ਮਣਕੇ ਖਿਲਰ ਜਾਣਗੇ। ਮਾਲਾ ਨੇ ਮਾਲਾ ਨਹੀਂ ਰਹਿਣਾ। ਜੇ ਅੰਦਰ ਦਾ ਧਾਗਾ ਟੁੱਟ ਜਾਏ ਨਾ ਮਾਲਾ ਵਾਲਾ, ਫਿਰ ਮਾਲਾ ਨੇ ਮਾਲਾ ਨਹੀਂ ਰਹਿਣਾ, ਮਣਕੇ ਖਿਲਰ ਜਾਣਗੇ। ਇੱਥੇ ਸੂਤ ਦਾ ਮਤਲਬ ਹੈ ਹੁਕਮ, ਕਿ ਸਾਰੀ ਕਾਇਨਾਤ ਨੂੰ, ਸਾਰੀ ਸ੍ਰਿਸ਼ਟੀ ਨੂੰ ਰੱਬ ਨੇ ਆਪਣੇ ਹੁਕਮ ਦੇ ਅੰਦਰ ਪਰੋਇਆ ਹੋਇਆ ਹੈ। ਹੁਕਮ ਦਾ ਮਤਲਬ ਸਿਸਟਮ ਦੇ ਅੰਦਰ ਪਰੋਇਆ ਹੈ, ਸਿਸਟਮ ਦੇ ਅੰਦਰ ਚੱਲ ਰਹੀ ਹੈ ਹਰ ਚੀਜ਼। ਸੁਮਤ ਗਿਆਨ ਧਿਆਨ ਜਿਨ ਦੇ, ਸੁਮਤ ਗਿਆਨ ਧਿਆਨ ਜਿਨ ਦੇ, ਜਿਨ ਦਾ ਮਤਲਬ ਜਿਨ੍ਹਾਂ ਨੂੰ, ਜਿਨ੍ਹਾਂ ਬੰਦਿਆਂ ਨੂੰ ਪ੍ਰਭੂ ਸੋਹਣੀ ਮੱਤ, ਸੁਮਤ ਦਾ ਮਤਲਬ ਸੋਹਣੀ ਮੱਤ, ਗਿਆਨ ਦਾ ਮਤਲਬ ਉੱਚੀ ਸਮਝ, ਤੇ ਧਿਆਨ ਦਾ ਮਤਲਬ ਸੁਰਤ ਜੋੜਨ ਦੀ ਦਾਤ, ਕਿ ਆਪਣੇ ਗੋਲ ਦੇ ਨਾਲ ਸੁਰਤ ਨੂੰ ਜੋੜ ਕੇ ਰੱਖਣਾ। ਸਾਡਾ ਧਿਆਨ ਨਹੀਂ ਨਾ ਜੁੜਦਾ। ਅਸੀਂ ਆਮ ਗੱਲਾਂ ਕਰਦੇ ਹਾਂ ਕਿ ਪਾਠ ਕਰਦੇ ਹਾਂ, ਬਾਣੀ ਪੜ੍ਹਦੇ ਹਾਂ, ਤਾਂ ਸਾਡਾ ਧਿਆਨ ਨਹੀਂ ਲੱਗਦਾ, ਮਨ ਨਹੀਂ ਲੱਗਦਾ, ਮਨ ਇੱਧਰ ਉੱਧਰ ਭਟਕ ਜਾਂਦਾ ਹੈ।
ਜਾਂ ਅਸੀਂ ਘਰ ਦਾ ਕੰਮ ਕਰਦੇ ਹਾਂ ਤੇ ਸਾਡੇ ਮਨ ਦੇ ਅੰਦਰ ਖਿਆਲ ਹੋਰ ਹੋਰ ਆਉਂਦੇ ਨੇ, ਧਿਆਨ ਨਹੀਂ ਜੁੜਦਾ। ਤਾਂ ਗੁਰੂ ਜੀ ਕਹਿੰਦੇ ਨੇ ਜਿਨ੍ਹਾਂ ਬੰਦਿਆਂ ਨੂੰ ਉੱਚੀ ਸਮਝ, ਪ੍ਰਭੂ ਚਰਨਾਂ ਵਿੱਚ ਸੁਰਤ ਜੋੜਨੀ, ਧਿਆਨ ਜਿਨ੍ਹਾਂ ਨੂੰ ਦਿੰਦਾ ਹੈ, ਜਨ ਦਾਸ ਨਾਮ ਧਿਆਵੇਂ ਸੇ, ਦਾਸ ਤੇ ਥੋੜਾ ਜਿਹਾ ਵਿਸ਼ਰਾਮ ਲਗਾਣਾ ਹੈ। ਜਨ ਦਾਸ ਨਾਮ ਧਿਆਵੇਂ ਸੇ, ਧਿਆਵੇਂ ਬਿੰਦੀ ਲਗਾ ਕੇ ਧਿਆਉਂਦੇ ਨੇ, ਉਹ ਸੇਵਕ ਤੇ ਦਾਸ ਰੱਬ ਦੇ ਨਾਮ ਵਿੱਚ ਧਿਆਨ ਜੋੜਦੇ ਨੇ, ਧਿਆਨ ਵਿੱਚ ਰੱਖਦੇ ਨੇ। ਨਾਮ ਦਾ ਮਤਲਬ ਹੁਕਮ। ਉਹ ਦਾਸ ਹੁਕਮ ਦੇ ਅੰਦਰ ਧਿਆਨ ਰੱਖਦੇ ਨੇ, ਹੁਕਮ ਨੂੰ ਧਿਆਨ ਵਿੱਚ ਰੱਖਦੇ ਨੇ। ਕੌਣ? ਜਿਨ੍ਹਾਂ ਨੂੰ ਚੰਗੀ ਮੱਤ ਮਿਲੀ ਹੈ, ਜਿਨ੍ਹਾਂ ਨੂੰ ਗਿਆਨ ਦੀ ਦਾਤ ਮਿਲੀ ਹੈ, ਔਰ ਜਿਨ੍ਹਾਂ ਨੇ ਗਿਆਨ ਰਾਹੀਂ ਉਸ ਸੁਰਤ ਨੂੰ ਜੋੜਨਾ ਸਿੱਖਿਆ ਹੈ, ਯਾਨੀ ਜਿਨ੍ਹਾਂ ਨੇ ਆਪਣਾ ਗੋਲ ਬਣਾ ਲਿਆ ਹੈ। ਹੁਣ ਸੁਰਤ ਉਹਨਾਂ ਦੀ ਜੁੜੇਗੀ, ਧਿਆਨ ਉਹਨਾਂ ਦੀ ਜੁੜੇਗੀ ਨਾ ਜਿਨ੍ਹਾਂ ਦਾ ਕੋਈ ਗੋਲ ਹੋਏਗਾ। ਜੇ ਗੋਲ ਨਹੀਂ ਤਾਂ ਧਿਆਨ ਕਿਵੇਂ ਜੋੜੋਗੇ, ਕਿੱਥੇ ਜੋੜੋਗੇ? ਜਿਵੇਂ ਆਪਾਂ ਇਹ ਚੀਜ਼ ਆਮ ਵਿਚਾਰ ਚੁੱਕੇ ਹਾਂ ਕਿ ਸਾਡਾ ਗੋਲ ਕੀ ਹੈ ਜ਼ਿੰਦਗੀ ਦਾ। ਧਿਆਨ ਤੇ ਤਾਂ ਜੁੜੇਗਾ ਨਾ ਜੇ ਗੋਲ ਕੋਈ ਹੋਏਗਾ। ਜਿਵੇਂ ਪਾਂਡਵਾਂ ਦੀ ਕਹਾਣੀ ਸੁਣਾਉਂਦੇ ਨੇ ਨਾ ਕਿ ਮੱਛੀ ਟੰਗੀ ਹੈ ਉੱਤੇ ਤੇ ਚੱਕਰ ਚੱਲ ਰਿਹਾ ਹੈ, ਥੱਲੇ ਕੜਾਇਆ ਤੇਲ ਦਾ ਭਰਿਆ ਹੋਇਆ ਹੈ, ਤੇਲ ਬਿਲਕੁਲ ਰੁਕਿਆ ਹੋਇਆ ਹੈ, ਉਹਦੇ ਵਿੱਚ ਮੱਛੀ ਦਿਸ ਰਹੀ ਹੈ ਤੇ ਥੱਲੇ ਕੜਾਏ ਵੱਲ ਦੇਖਣਾ ਹੈ, ਉੱਤੇ ਬਾਂਸ ਤੇ ਮੱਛੀ ਟੰਗੀ, ਉਹਦੀ ਅੱਖ ਦੇ ਵਿੱਚ ਤੀਰ ਮਾਰਨਾ ਹੈ। ਔਖਾ ਕੰਮ। ਤੇ ਗੁਰੂ ਦ੍ਰੋਣਾਚਾਰਿਆ ਉਹਨਾਂ ਤੋਂ ਪੁੱਛਦਾ ਹੈ ਭੀਮ ਤੋਂ ਕਿ ਤੈਨੂੰ ਕੀ ਦਿਸਦਾ? ਜਦੋਂ ਤੇਲ ਵੱਲ ਵੇਖਣਾ ਕੀ ਦਿਸਦਾ? ਕਹਿੰਦਾ ਜੀ ਮੈਨੂੰ ਮੱਛੀ ਦਿਸਦੀ ਹੈ। ਦੂਜਾ ਕਹਿੰਦਾ ਮੈਨੂੰ ਚੱਕਰ ਦਿਸਦਾ ਹੈ। ਅਰਜਨ ਤੋਂ ਪੁੱਛਦਾ ਤੈਨੂੰ ਕੀ ਦਿਸਦਾ? ਕਹਿਣ ਲੱਗਾ ਜੀ ਮੈਨੂੰ ਮੱਛੀ ਦੀ ਅੱਖ ਦਿਸਦੀ ਹੈ। ਕਹਿਣ ਲੱਗਾ ਬਸ ਤੀਰ ਤੇਰਾ ਹੀ ਵੱਜੇਗਾ, ਕਿਉਂਕਿ ਤੈਨੂੰ ਆਪਣਾ ਨਿਸ਼ਾਨਾ ਦਿਸ ਰਿਹਾ। ਹੁਣ ਤੀਰ ਅੱਖ ਵਿੱਚ ਮਾਰਨਾ ਹੈ, ਦਿਸ ਰਹੀ ਹੈ ਮੱਛੀ, ਅੱਖ ਤਾਂ ਦਿਸ ਨਹੀਂ ਰਹੀ, ਤਾਂ ਤੀਰ ਮੱਛੀ ਨੂੰ ਤੇ ਵੱਜੇਗਾ, ਅੱਖ ਵਿੱਚ ਨਹੀਂ ਵੱਜੇਗਾ। ਤੀਰ ਮਾਰਨਾ ਹੈ ਮੱਛੀ ਦੀ ਅੱਖ ਵਿੱਚ, ਦਿਸ ਰਿਹਾ ਹੈ ਚੱਕਰ, ਤਾਂ ਤੀਰ ਚੱਕਰ ਵਿੱਚ ਵੱਜੇਗਾ। ਤੇ ਜਿਹਨੂੰ ਮੱਛੀ ਦੀ ਅੱਖ ਦਿਸ ਰਹੀ ਹੈ ਉਹਦਾ ਤੀਰ ਅੱਖ ਦੇ ਵਿੱਚ ਵੱਜੇਗਾ ਨਾ। ਇਹ ਚੀਜ਼ ਸਮਝਣ ਵਾਸਤੇ ਮੈਂ ਕਹੀ ਹੈ ਸਿਰਫ। ਹੁਣ ਗੋਲ ਧਿਆਨ ਜਿਹੜਾ ਜੁੜਨਾ ਹੈ, ਧਿਆਨ ਤੇ ਤਾਂ ਜੁੜੇਗਾ ਜੇ ਕੋਈ ਗੋਲ ਹੋਏਗਾ। ਗੋਲ ਹੈ ਨਾ ਵੀ ਮੱਛੀ ਦੀ ਅੱਖ ਦੇ ਵਿੱਚ ਤੀਰ ਮਾਰਨਾ, ਗੋਲ ਤੇ ਹੈ, ਧਿਆਨ ਤਾਂ ਜੁੜੇਗਾ। ਤੇ ਜੇ ਸਾਡਾ ਗੋਲ ਹੋਵੇ ਕਿ ਸਰੀਰਕ ਸਾਡਾ ਗੋਲ ਕੀ ਹੈ, ਮਾਨਸਿਕ ਗੋਲ ਕੀ ਹੈ, ਬੌਧਿਕ ਗੋਲ ਕੀ ਹੈ, ਆਤਮਿਕ ਗੋਲ ਕੀ ਹੈ, ਤਾਂ ਸਾਡਾ ਧਿਆਨ ਜੁੜੇਗਾ ਨਾ। ਗੋਲ ਹੀ ਹੈ ਨਹੀਂ, ਏਮ ਹੈ ਨਹੀਂ, ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਸਾਡਾ ਗੋਲ ਹੋਣਾ ਚਾਹੀਦਾ ਹੈ ਰੱਬੀ ਰਜ਼ਾ ਵਿੱਚ ਤੁਰਨਾ, ਸਚਿਆਰ ਹੋਣਾ। ਬਾਕੀ ਸਾਰੇ ਕੰਮ ਆਟੋਮੈਟਿਕਲੀ ਸੂਤ ਹੁੰਦੇ ਚਲੇ ਜਾਣਗੇ। ਹਰ ਫੀਲਡ ਦੇ ਅੰਦਰ ਸਫਲਤਾ ਮਿਲੇਗੀ, ਕਿਉਂਕਿ ਹੁਕਮ ਦੇ ਵਿੱਚ ਸਫਲਤਾ ਨਾ ਸਿਸਟਮ ਦੇ ਅੰਦਰ ਹੈ। ਚਾਹੇ ਕੋਈ ਵੀ ਸਫਲਤਾ ਹੈ ਸਿਸਟਮ ਦੇ ਵਿੱਚ ਹੈ, ਰਿਕੁਆਇਰਮੈਂਟ ਪੂਰੀ ਕਰਨੀ ਪਵੇਗੀ। ਤੇ ਜਦੋਂ ਧਿਆਨ ਹੁਕਮ ਦੇ ਅੰਦਰ ਹੋਏਗਾ ਉਦੋਂ ਅਸੀਂ ਆਪਣੇ ਗੋਲ ਤੇ ਵੀ ਪਹੁੰਚ ਪਾਵਾਂਗੇ। ਇਸ ਲਈ ਪਹਿਲਾਂ ਆਪਣਾ ਗੋਲ ਨਿਸ਼ਚਿਤ ਕਰਨਾ ਹੈ ਤੇ ਫਿਰ ਰੱਬੀ ਰਜ਼ਾ ਦੇ ਵਿੱਚ ਤੁਰਨਾ ਹੈ। ਜਿਨ੍ਹਾਂ ਦਾ ਕੋਈ ਗੋਲ ਹੁੰਦਾ ਹੈ ਨਾ ਉਹ ਫਿਰ ਉਸ ਨਾਮ ਨੂੰ ਧਿਆਉਂਦੇ ਨੇ, ਹੁਕਮ ਦੇ ਵਿੱਚ ਤੁਰਦੇ ਨੇ। ਇਹ ਗੁਣ ਮਹਿ ਪੜਨਾ ਹੈ, ਤੇ ਗੁਣ ਮਹਿ ਜਾਕੋ ਪਰਮਾਏ, ਜਿਨ੍ਹਾਂ ਨੂੰ ਮਾਇਆ ਦੇ ਤਿੰਨਾਂ ਗੁਣਾਂ ਵਿੱਚ ਪਾਉਂਦਾ ਹੈ, ਭਟਕਾਉਂਦਾ ਹੈ। ਜਨਮ ਮਰੈ ਫਿਰ ਆਵੇ ਜਾਏ, ਉਹ ਜੰਮਦਾ ਹੈ, ਮਰਦਾ ਹੈ, ਆਉਂਦਾ ਹੈ ਤੇ ਜਾਂਦਾ ਹੈ। ਭਾਵ ਆਉਣਾ ਜਾਣਾ ਦਾ ਮਤਲਬ ਉਹਦੀ ਜ਼ਿੰਦਗੀ ਵਿੱਚ ਭਟਕਣਾ ਬਣੀ ਰਹਿੰਦੀ ਹੈ। ਸਾਰਾ ਜ਼ਿੰਦਗੀ ਉਹ ਭਟਕਦਾ ਰਹਿੰਦਾ ਹੈ। ਜਨਮ ਮਰੇ ਦਾ ਮਤਲਬ ਜਨਮ ਤੋਂ ਲੈ ਕੇ ਮਰਨ ਤੱਕ, ਆਵੇ ਜਾਏ ਦਾ ਮਤਲਬ ਭਟਕਦਾ ਹੈ, ਜਗਤ ਦੇ ਅੰਦਰ ਭਟਕਦਾ ਹੈ। ਅਨੇਕਾਂ ਲੋਕ ਜੰਮਦੇ ਨੇ, ਮਰਦੇ ਨੇ, ਆਉਂਦੇ ਨੇ, ਇਸ ਦੁਨੀਆ ਤੋਂ ਚਲੇ ਜਾਂਦੇ ਹਨ, ਪਰ ਉਹਨਾਂ ਦਾ ਗੋਲ ਹੀ ਕੋਈ ਨਹੀਂ ਹੈ। ਉਹ ਤਿੰਨਾਂ ਗੁਣਾਂ ਵਿੱਚ ਹੀ ਭਟਕਦੇ ਰਹਿੰਦੇ ਨੇ। ਤਿੰਨ ਗੁਣ ਮਾਇਆ ਦੇ ਆਪਾਂ ਪਹਿਲਾਂ ਵਿਚਾਰ ਰਹੇ ਹਾਂ ਨਾ। ਇੱਕ ਤੇ ਪਾਪਾਂ ਵਾਲੀ ਜ਼ਿੰਦਗੀ ਜੀਵੀ ਜਾ ਰਹੇ ਨੇ, ਦੂਜੇ ਕੂੜ ਵਾਲੀ ਜ਼ਿੰਦਗੀ ਜੀਵੀ ਜਾ ਰਹੇ ਨੇ, ਤੀਜੇ ਤਿਆਗ ਹੀ ਕਰ ਗਏ ਨੇ। ਇਹਨਾਂ ਦੇ ਵਿੱਚ ਹੀ ਐਵੇਂ ਹੀ ਸਾਰੀ ਭਟਕਦਿਆਂ ਜ਼ਿੰਦਗੀ ਉਹਨਾਂ ਦੀ ਲੰਘ ਜਾਂਦੀ ਹੈ। ਊਚ ਨੀਚ ਤਿਸਕੇ ਅਸਥਾਨ, ਊਚ ਨੀਚ ਇੱਥੇ ਵਿਸ਼ਰਾਮ ਲਾਣਾ ਹੈ। ਤਿਸਕੇ ਅਸਥਾਨ, ਊਚ ਦਾ ਮਤਲਬ, ਊਚ ਅਸਥਾਨ ਦਾ ਮਤਲਬ ਸੁਮਤ ਗਿਆਨ ਧਿਆਨ ਵਾਲੇ ਜਿਹੜੇ ਜੀਵ ਨੇ,
ਤੇ ਨੀਚ ਦਾ ਮਤਲਬ ਜਿਹੜੇ ਤਿੰਨਾਂ ਗੁਣਾਂ ਵਿੱਚ ਭਟਕਣ ਵਾਲੇ ਨੇ। ਊਚ ਦਾ ਮਤਲਬ ਉੱਚੀ ਸੁਰਤ ਵਾਲੇ, ਨੀਚ ਦਾ ਮਤਲਬ ਨੀਵੀਂ ਸੁਰਤ ਵਾਲੇ, ਚੰਗੀ ਮੱਤ ਵਾਲੇ, ਮਾੜੀ ਮੱਤ ਵਾਲੇ। ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਸਾਰੇ ਉਹਦੇ ਅਸਥਾਨ ਨੇ, ਸਾਰੇ ਜੀਵਾਂ ਦੇ ਵਿੱਚ ਰੱਬ ਆਪ ਵਸ ਰਿਹਾ ਹੈ। ਸੱਤਿਆ ਰੱਬ ਦੀ ਹੈ। ਉੱਚੀ ਨੀਵੀਂ ਸੋਚ ਵਾਲੇ ਸਭ ਰੱਬ ਦੇ ਹੁਕਮ ਦੇ ਵਿੱਚ ਨੇ। ਜੈਸਾ ਜਨਾਵੈ ਤੈਸਾ ਨਾਨਕ ਜਾਨ। ਜਿਹੋ ਜੀ ਬੁੱਧ ਮਤ ਦਿੰਦਾ ਹੈ, ਜਨਾਵੇ ਦਾ ਮਤਲਬ ਸਮਝ ਦਿੰਦਾ ਹੈ, ਇਹੋ ਜਿਹਾ ਸਮਝ ਵਾਲਾ ਜੀਵ ਬਣ ਜਾਂਦਾ ਹੈ। ਜੈਸੀ ਸਮਝ ਦਿੰਦਾ ਹੈ ਵੈਸੀ ਸਮਝ ਵਾਲਾ ਜਿਹੜਾ ਜੀਵ ਹੈ ਬਣ ਜਾਂਦਾ ਹੈ। ਹੁਣ ਇਹ ਸਾਰਾ ਕੁਝ ਸਿਸਟਮ ਦੇ ਅੰਦਰ ਹੁੰਦਾ ਹੈ। ਸਾਡੀ ਸਮਝ ਸੁਰਤ ਡਿਵੈਲਪ ਹੁੰਦੀ ਹੈ। ਕੁਝ ਸਾਡੇ ਅੰਦਰ ਜੈਨੇਟਿਕ ਗੁਣ ਨੇ, ਕੁਝ ਸਾਨੂੰ ਦੁਨੀਆ ਦੇ ਵਿੱਚੋਂ ਐਕਸਪੀਰੀਅੰਸ ਮਿਲਦਾ ਹੈ। ਜੈਸਾ ਡੀਐਨਏ, ਜੈਸਾ ਐਕਸਪੀਰੀਅੰਸ ਹੁੰਦਾ ਹੈ, ਉਸੇ ਪਾਸੇ ਬੰਦੇ ਦੀ ਸਟਰੈਂਥ ਕੰਮ ਕਰਦੀ ਰਹਿੰਦੀ ਹੈ। ਜਿਵੇਂ ਜਿਵੇਂ ਅਸੀਂ ਸੋਚਦੇ ਹਾਂ ਇਸ ਦੁਨੀਆ ਬਾਰੇ, ਕੋਈ ਇਵੈਂਟ ਸਾਡੇ ਅੰਦਰ ਥਾਟਸ ਪੈਦਾ ਕਰਦਾ ਹੈ। ਉਹ ਥਾਟ ਸਾਡੇ ਅੰਦਰ ਇਮੋਸ਼ਨਸ ਪੈਦਾ ਕਰਦੇ ਨੇ, ਔਰ ਉਹ ਇਮੋਸ਼ਨਸ ਸਾਡੇ ਅੰਦਰ ਫਿਰ ਇੱਕ ਹੋਰ ਸਥਿਤੀ ਪੈਦਾ ਪਰਿਸਥਿਤੀ ਕਰ ਦਿੰਦੇ ਨੇ। ਸਾਡੇ ਅੰਦਰ ਸਭ ਤੋਂ ਪਹਿਲਾ ਇਵੈਂਟ ਹੈ, ਕੋਈ ਵੀ ਘਟਨਾ ਘਟਦੀ ਹੈ, ਫਿਰ ਉਹਦੇ ਰਾਹੀਂ ਸਾਡੇ ਅੰਦਰ ਥਾਟਸ ਪੈਦਾ ਹੁੰਦੇ ਨੇ। ਸਾਡਾ ਬਿਲੀਵ ਸਿਸਟਮ ਕੰਮ ਕਰਦਾ ਹੈ ਕਿ ਅਸੀਂ ਵਿਸ਼ਵਾਸ ਕਿਵੇਂ ਕਰਦੇ ਹਾਂ। ਉਸ ਬਿਲੀਵ ਸਿਸਟਮ ਤੋਂ ਬਾਅਦ ਸਾਡੇ ਅੰਦਰ ਇੱਕ ਨਤੀਜਾ ਹੁੰਦਾ ਹੈ ਕਿ ਇਹਦਾ ਨਤੀਜਾ ਇਹ ਨਿਕਲੇਗਾ। ਤਾਂ ਇਸ ਤਰ੍ਹਾਂ ਸਾਡੀ ਜ਼ਿੰਦਗੀ ਦੇ ਅੰਦਰ ਇਹ ਸਾਡੀ ਸਮਝ ਪੈਦਾ ਹੋਈ ਜਾਂਦੀ ਹੈ, ਔਰ ਸਾਡਾ ਇੱਕ ਨਿਊਰੋਨ ਜਿਹੜਾ ਪਾਥ ਬਣ ਜਾਂਦਾ ਹੈ, ਨਿਊਰੋਪਾਥ ਇੱਕ ਬਣ ਜਾਂਦਾ ਹੈ। ਤੇ ਉਸੇ ਤਰ੍ਹਾਂ ਅਸੀਂ ਸਮਝੀ ਜਾਂਦੇ ਹਾਂ, ਸੋਚੀ ਜਾਂਦੇ ਹਾਂ, ਉਹ ਆਦਤਾਂ ਸੁਭਾਅ ਬਣੀਆਂ ਜਾਂਦੀਆਂ ਨੇ, ਉਸੇ ਤਰ੍ਹਾਂ ਅਸੀਂ ਜ਼ਿੰਦਗੀ ਜੀਵੀ ਜਾਂਦੇ ਹਾਂ। ਤਾਂ ਜੇ ਕਿਤੇ ਗਲਤ ਸੋਚ ਬਣ ਗਈ ਹੈ ਤਾਂ ਉਹਨੂੰ ਸੁਧਾਰਿਆ ਵੀ ਇਸੇ ਤਰ੍ਹਾਂ ਜਾ ਸਕਦਾ ਹੈ। ਸਿਸਟਮ ਦੇ ਅੰਦਰ ਚੱਲ ਕੇ ਥੋੜੀ ਜਿਹੀ ਪ੍ਰੈਕਟਿਸ ਕਰਕੇ 15-20 ਦਿਨ ਦੀ ਪ੍ਰੈਕਟਿਸ ਦੇ ਨਾਲ ਜੀਵਨ ਨੂੰ ਜਿਹੜਾ ਹੈ ਬੜੇ ਸੌਖੇ ਢੰਗ ਦੇ ਨਾਲ ਬਦਲਿਆ ਜਾ ਸਕਦਾ ਹੈ। ਗੁਰੂ ਪਾਤਸ਼ਾਹ ਜੀ ਰਹਿਮਤ ਕਰਨ, ਅਸੀਂ ਗੁਰਬਾਣੀ ਨੂੰ ਆਪ ਪੜ੍ਹੀਏ, ਸੁਣੀਏ, ਸੋਚੀਏ, ਸਮਝੀਏ, ਔਰ ਗੁਰਬਾਣੀ ਮੁਤਾਬਕ ਜ਼ਿੰਦਗੀ ਜੀ ਕੇ ਆਪਣੇ ਜੀਵਨ ਨੂੰ ਸਫਲ ਔਰ ਸੁਚੱਜਿਆ ਕਰਨ ਦਾ ਯਤਨ ਕਰੀਏ।